ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਾ ਬੰਦਨਾ
ਸਿਰ ਚਰਨਨ ਪਰਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈ ਸਵਈਆ ਛੰਦ ਆਪ ਗੁਰ ਬਨ ਦੀਖਿਆ ਦੀਜਾ ਹੈ। ਸਿੱਖ ਕਰਹਾ ਉੱਚ ਰਹਾ ਉਪਦੇਸ਼। ਖੋਜਤ ਫੇਰੇ ਜਗਤ ਮਹਿ ਜਿਤ ਕਿਤ। ਲੇਨ ਸ਼ਾਂਤ ਹਿਤ ਪੰਥ ਵਿਸ਼ੇਸ਼। ਸ਼੍ਰਮਤ ਭੈ ਨਹਿ ਪ੍ਰਾਪਤ ਹੋਵਾ। ਬਾਸੀ ਹਮ ਕਾਂਸੀਪੁਰ ਦੇਸ। ਅਪਰ ਬਾਸਨਾ ਚਿਤ ਮਹਿ ਕੋਇ ਨਾ। ਕਿਆ ਜਾਚ ਹੈ ਮਿਥਿਆ ਜੋ ਅਸ਼ੇਸ਼। ਆਪ ਗੁਰ ਬਨ ਦੀਖਿਆ ਦੀਜੈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆਨਿਧ ਗੁਰੂ ਗਰੀਬ ਨਵਾਜ। ਨਿਹਚਲ ਚੌਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹਾਂ ਜਿਨ੍ਹਾਂ ਨੂੰ ਗਰੀਬ ਨਵਾਜ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਸ਼ਰਵਣ ਕਰਨ ਦਾ ਸੁਭਾਗ ਨਿਤਾ ਪ੍ਰਤੀ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਆਪ ਜੀ ਨਿਤਾ ਪ੍ਰਤੀ ਸ਼ਰਵਣ ਕਰਦੇ ਹੋ। ਯਥਾ ਪ੍ਰਸੰਗ ਕੱਲ੍ਹ ਦੀ ਬਾਣ ਵਿੱਚ ਆਪਾਂ ਰਲ ਮਿਲ ਕਰਕੇ ਵਿਚਾਰਿਆ ਸੁਣਿਆ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿਮਰਿਆ ਉਹਨਾਂ ਨੂੰ ਖਾਲਸਾ ਜੀ ਬੌੜੋ ਜੰਮਣ ਮਰਨ ਨਹੀਂ ਹੋਇਆ। ਇਹੋ ਜਿਹੇ ਦਇਆਨਿਧ ਜਿਹੜੇ ਸਾਰੇ ਸੰਸਾਰ ਨੂੰ ਕਲਿਆਣ ਬਖਸ਼ ਰਹੇ ਹੈ। ਕੱਲ੍ਹ ਦੇ ਪ੍ਰਸੰਗ ਤੋਂ ਇਹ ਸਿੱਧ ਹੁੰਦਾ ਹੈ ਕਿ ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ। ਬੱਧੋ ਪੁਰਖ ਵਿਧਾਤਾ ਤਾ ਤੂੰ ਸੋਹਿਆ। ਇਹ ਨਿਰਣਾ ਖਾਲਸਾ ਜੀ ਇਹ ਸ਼ਬਦ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਆਪਾਂ ਸਰਵਣ ਕੀਤਾ ਭੱਟਾਂ ਨੇ ਸਿੱਧ ਕਰ ਦਿੱਤਾ ਹੈ। ਕਿਉਂਕਿ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੁਆਰਾ ਜਿਹੜੇ ਇਹ ਭੱਟ ਸਨ ਜਿਨ੍ਹਾਂ ਦੀ ਬਾਣੀ ਖਾਲਸਾ ਜੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਇਹ ਵੇਦ ਹੀ ਆਪਣਾ ਰੂਪ ਪਲਟ ਕੇ ਭਾਵ ਵੀ ਸਫਲ ਹੋਣ ਵਾਸਤੇ ਇੱਕ ਵੇਦ ਨੇ ਚਾਰ ਚਾਰ ਪਟਾਂ ਦਾ ਰੂਪ ਧਾਰਿਆ। ਮਨੁੱਖਾ ਜਾਮੇ ਧਾਰੇ ਕਾਂਸੀ ਬਨਾਰਸ ਵਿਖੇ। ਕਿਉਂਕਿ ਕਵੀ ਜੀ ਕਹਿੰਦੇ ਜਿਹੜੇ ਭੱਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ ਉਹ ਕਾਂਸੀ ਦੇ ਰਹਿਣ ਵਾਲੇ ਸਨ।
ਜੰਮੇ ਬੇਸ਼ੱਕ ਕਾਂਸੀ ਵਿੱਚ ਹੈ ਸੀ, ਪਰ ਉਹ ਵਾਸਤਵ ਵਿੱਚ ਭੱਟ ਕੇਵਲ ਮਨੁੱਖ ਨਹੀਂ ਸਨ, ਉਹ ਵੇਦ ਸਨ। ਭਗਤ ਜਾਂ ਭੱਟ ਭਿੱਖਾ ਜੀ ਉਹ ਬ੍ਰਹਮਾ ਜੀ ਸਨ। ਉਹ ਇਸ ਵਾਸਤੇ ਕਿ ਕਹਿੰਦੇ ਇੱਕ ਵਾਰੀ ਇਹਨਾਂ ਨੂੰ ਮਨ 'ਚ ਹੰਕਾਰ ਆ ਗਿਆ ਕਿ ਸੰਸਾਰ 'ਤੇ ਜਿਹੜਾ ਪਰਮੇਸ਼ਰ ਦਾ ਨਿਰਣਾ ਹੁੰਦਾ ਹੈ ਵੀ ਪਰਮੇਸ਼ਰ ਐਸਾ ਹੈ ਜਾਂ ਪਰਮੇਸ਼ਰ ਸੱਤ ਹੈ, ਸੰਸਾਰ ਅਸੱਤ ਹੈ, ਉਹ ਇਸ ਗੱਲ ਦੇ ਜਣਾਇਕ ਅਸੀਂ ਖੁਦ ਹਾਂ। ਸਾਡੇ ਕਰਕੇ ਸੰਸਾਰ ਨੂੰ ਪਰਮੇਸ਼ਰ ਬਾਬਤ ਪਤਾ ਲੱਗਦਾ। ਜੇ ਅਸੀਂ ਨਾ ਹੋਈਏ ਤੇ ਪਰਮੇਸ਼ਰ ਨੂੰ ਕੌਣ ਜਾਣਦਾ ਹੈ, ਕਿਉਂਕਿ ਪਰਮੇਸ਼ਰ ਦੀ ਗੱਲ ਅਸੀਂ ਕਰਦੇ ਹਾਂ। ਤੋ ਪਰਮੇਸ਼ਰ ਨੂੰ ਤਾਂ ਹੰਕਾਰ ਪਾਉਂਦਾ ਨਹੀਂ। ਜਦੋਂ ਇਹਨਾਂ ਨੇ ਐਸਾ ਖਾਲਸਾ ਜੀ ਮਨ ਵਿੱਚ ਉਹ ਹੰਕਾਰ ਜਿਹਾ ਵਧਾ ਲਿਆ ਸੀ ਕਿ ਸੰਸਾਰ ਵਿੱਚ ਸਾਡੇ ਕਰਕੇ ਗਿਆਨ ਦਾ ਪ੍ਰਕਾਸ਼ ਹੈ, ਜੇ ਅਸੀਂ ਨਾ ਹੁੰਦੇ ਤੇ ਪਰਮੇਸ਼ਰ ਦਾ ਹੋਂਦ ਬਾਬਤ ਕਿਸੇ ਨੂੰ ਕੀ ਪਤਾ ਲੱਗਦਾ। ਫਿਰ ਆਕਾਸ਼ਬਾਣੀ ਹੋਈ ਸੀ, ਕਹਿੰਦੇ ਕਿ ਹੇ ਵੇਦੋ, ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕਰਕੇ ਹੀ ਪਰਮੇਸ਼ਰ ਨੂੰ ਭਾਵ ਸਾਨੂੰ ਕੋਈ ਪੂਜਦਾ ਹੈ, ਤੇ ਕੀ ਇਹ ਗੱਲ ਜਾਣਦੇ ਹੋ ਵੀ ਸੰਸਾਰ ਵਿੱਚ ਸਭ ਪਾਸੇ ਗਿਆਨ ਹੈ ਕਿ ਅਗਿਆਨ ਵੀ ਹੈ। ਇਸ ਗੱਲ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਇੱਕ ਵਾਰੀ ਮਨੁੱਖਾ ਦੇਹੀ ਧਾਰੋ, ਫਿਰ ਤੁਹਾਨੂੰ ਪਤਾ ਲੱਗੇਗਾ ਇਸ ਗੱਲ ਦਾ ਵੀ ਸੰਸਾਰ ਵਿੱਚ ਤੁਹਾਡੇ ਹੁੰਦਿਆਂ ਹੋਇਆਂ ਵੀ ਕਿੰਨਾ ਅਗਿਆਨ ਹੈ। ਇਹ ਭਵਿੱਖਬਾਣੀ ਤੋਂ ਬਾਅਦ ਬ੍ਰਹਮੇ ਸਮੇਤ ਖਾਲਸਾ ਜੀ ਇੱਕ ਵੇਦ ਨੇ 4 ਪੱਟਾਂ ਦਾ ਰੂਪ ਧਾਰਿਆ। ਜੰਮੇ ਮਨੁੱਖ ਵਾਂਗੂ ਹੀ ਸਨ, ਬਾਲਕ ਅਵਸਥਾ ਵਿੱਚ ਕਾਂਸੀ ਬਨਾਰਸ ਬ੍ਰਾਹਮਣਾਂ ਦੇ ਘਰਾਂ ਵਿੱਚ, ਤੇ ਵੱਖੋ ਵੱਖਰੇ ਨਾਮ ਰਖਾਏ। ਕੋਈ ਜਲ ਹੈ, ਭੱਟ ਨਲ ਹੈ, ਭੱਟ ਕੀਰਤ ਹੈ, ਹਰਬੰਸ ਭੱਟ ਜੀ ਹੈ। ਇਸ ਤਰ੍ਹਾਂ ਇੱਕ ਦਾ ਨਾਮ ਭੱਟ ਭਿੱਖਾ ਜੀ ਹੈ, ਇਹ ਕਹਿੰਦੇ ਬ੍ਰਹਮਾ ਜੀ ਦਾ ਅਵਤਾਰ ਹੈ। ਤੋ ਪਰਮੇਸ਼ਰ ਨੇ ਆਖਿਆ ਕਿ ਪੂਰਾ ਸਤਿਗੁਰੂ ਲੱਭੋ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਹੋਰ ਸੰਸਾਰ ਦੇ ਬਥੇਰੇ ਗਿਆਨ ਹੈ, ਗਿਆਨ ਦੇ ਨਾਲ ਸ਼ਾਂਤੀ ਨਹੀਂ ਜੇ ਮਿਲਦੀ, ਸ਼ਾਂਤੀ ਪੂਰੇ ਗੁਰੂ ਤੋਂ ਮਿਲਦੀ ਹੈ, ਕਿਉਂਕਿ ਗੁਰੂ ਹੀ ਵਾਸਤਵ ਵਿੱਚ ਗਿਆਨ ਸਰੂਪ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਵਿਦਿਆ ਵੀ ਪੜ੍ਹੇ, ਬੜੇ ਵਿਦਾਂਤੀ ਸਨ, ਪਰ ਸ਼ਾਂਤੀ ਨਾ ਮਿਲੀ। ਇਸ ਤਾਰਾਂ ਭੱਟ ਇਕੱਠੇ ਹੋ ਕਰਕੇ ਸੰਸਾਰ ਦੇ ਕੋਨੇ ਕੋਨੇ ਵਿੱਚ ਗਏ, ਹਰੇਕ ਪੰਥ ਦਾ ਮਤ ਸੁਣਿਆ, ਸਿਧਾਂਤ ਸੁਣਿਆ, ਵਿਚਾਰ ਸੁਣੇ। ਸੰਨਿਆਸੀ ਕੀ ਕਹਿੰਦੇ ਹੈ, ਫਿਰ ਗਿਰੀ ਸੰਨਿਆਸੀ ਕੀ ਕਹਿੰਦੇ ਹੈ, ਗ੍ਰਸਤੀ ਕੀ ਕਹਿੰਦੇ ਹੈ, ਤੇ ਬ੍ਰਹਮਚਾਰੀਆਂ ਦਾ ਕੀ ਸਿਧਾਂਤ ਪਰਮੇਸ਼ਰ ਬਾਬਤ। ਵੀ ਕੋਈ ਇਹੋ ਜਿਹੀ ਗੱਲ ਸਾਨੂੰ ਸੁਣਾਏ ਜਿਹਦੇ ਨਾਲ ਸਾਡਾ ਹੰਕਾਰ ਨਾਸ਼ ਹੋਵੇ ਤੇ ਚਿੱਤ ਨੂੰ ਸ਼ਾਂਤੀ ਆਵੇ। ਪਰ ਖਾਲਸਾ ਜੀ ਬਿਨ ਗੁਰ ਘੋਰ ਅੰਧਾਰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਸ਼ਾਂਤੀ ਕਿੱਥੇ ਹੈ? ਕਿਸੇ ਘਰ ਵਿੱਚ ਸ਼ਾਂਤੀ ਨਹੀਂ। ਸਾਰਾ ਸੰਸਾਰ ਫਿਰ ਕੇ ਵੇਖਿਆ, ਉਹ ਕਹਿੰਦੇ ਕੁਝ ਹੋਰ ਹੈ, ਪਰ ਕਹਿਣੀ ਦੇ ਤੇ ਕਰਨੀ ਦੇ ਪੂਰੇ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਮੂੰਹ ਨਾਲ ਪ੍ਰੇਮ ਹੈ, ਪਰਮੇਸ਼ਰ ਐਸਾ ਹੈ, ਪਰਮੇਸ਼ਰ ਐਸਾ ਹੈ, ਪਰ ਪਰਮੇਸ਼ਰ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੈ ਸੀ। ਤੇ ਨਾ ਹੀ ਪਰਮੇਸ਼ਰ ਨਾਲ ਉਹ ਜਿਹੋ ਜਿਹੀਆਂ ਮੂੰਹੋਂ ਗੱਲਾਂ ਮਿੱਠੀਆਂ ਕਰਦੇ ਹੈ, ਉਹੋ ਜਿਹਾ ਪ੍ਰੇਮ ਵਾਸਤਵ ਵਿੱਚ ਹਿਰਦੇ 'ਚੋਂ ਨਹੀਂ ਸੀ ਹੈ। ਤੇ ਜਦੋਂ ਸਾਧ ਸੰਗਤ ਜੀ ਜਿਹੜਾ ਐਸਾ ਪ੍ਰਾਣੀ ਹੁੰਦਾ, ਉਹ ਜਦੋਂ ਕੋਈ ਉਪਦੇਸ਼ ਦਿੰਦਾ, ਉਹਦੇ ਉਪਦੇਸ਼ ਦਾ ਕਿਸੇ ਨੂੰ ਕੋਈ ਫਲ ਨਹੀਂ ਮਿਲਦਾ, ਨਾ ਹੀ ਉਹਦੇ ਉਪਦੇਸ਼ ਦਾ ਕੋਈ ਪ੍ਰਤਾਪ ਹੁੰਦਾ। ਜਿਹੜਾ ਕਹਿਣੀ ਦਾ ਹੋਰ ਹੋਵੇ, ਕਰਨੀ ਦਾ ਹੋਰ ਹੋਵੇ। ਜਿਸ ਕਰਕੇ ਜਦੋਂ ਨਾ ਸ਼ਾਂਤੀ ਮਿਲੀ ਤਾਂ ਖਾਲਸਾ ਜੀ ਫਿਰ ਪੂਰੇ ਗੁਰਾਂ ਦੀ ਭਾਲ ਵਿੱਚ ਲੱਭਦੇ ਲੱਭਦੇ ਜਦੋਂ ਸੋਭਾ ਸੁਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ, ਤੇ ਅੰਮ੍ਰਿਤਸਰ ਸਾਹਿਬ ਆਏ।
ਇਹ ਭੱਟਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ, ਚਰਨ ਪੂਜੇ। ਗਰੀਬ ਨਵਾਜ ਜਾਨੀ ਜਾਨ ਪਰਮੇਸ਼ਰ ਨੇ ਫਿਰ ਖਾਲਸਾ ਜੀ ਉਹ ਦਰਸ਼ਨ ਸਰੂਪ ਵਿੱਚ ਦਰਸ਼ਨ ਦਿੱਤੇ ਜਿਹੜੇ ਸਰੂਪ ਦਾ ਕਥਨ ਵੇਦ ਕਰਦੇ ਹੈ, ਕਿਉਂਕਿ ਇਹ ਵੇਦ ਨੇ ਨਾ ਭੱਟ। ਉਸ ਸਰੂਪ ਵਿੱਚ ਮਹਾਰਾਜ ਨੇ ਦਰਸ਼ਨ ਦਿੱਤੇ ਜਿਸ ਸਰੂਪ ਦਾ ਕਥਨ ਵੇਦ ਕਰਦੇ ਸਨ, ਤੇ ਇਹ ਵੇਦ ਹੈ ਜਾਣਦੇ ਸੀ ਉਸ ਸਰੂਪ ਨੂੰ। ਵੇਖ ਕੇ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ 'ਤੇ ਸਤਿਗੁਰਾਂ ਨੂੰ ਨਦਰੋ ਨਦਰ ਨਿਹਾਲ ਹੋ ਗਏ। ਤੇ ਜਦੋਂ ਮੱਥਾ ਟੇਕਣ ਲੱਗੇ ਸਤਿਗੁਰਾਂ ਨੇ ਫਿਰ ਉਸੇ ਸਰੂਪ ਵਿੱਚ ਦਰਸ਼ਨ ਦਿੱਤੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਰੂਪ ਵਿੱਚ। ਮਹਾਰਾਜ ਦੇ ਚਰਨੀ ਡਿੱਗੇ, ਬੜੀ ਸੋਭਾ ਗਾਈ। ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਵੀ ਕੌਣ ਹੋ, ਕਿੱਥੋਂ ਆਏ ਤੇ ਅਗਾਂਹ ਕਿੱਥੇ ਜਾਣਾ। ਦੱਸਿਆ ਮਹਾਰਾਜ ਵਾਸਤਵ ਵਿੱਚ ਅਸੀਂ ਤਾਂ ਵੇਦ ਹਾਂ। ਭਿੱਖਾ ਜੀ ਕਹਿੰਦਾ ਮਹਾਰਾਜ ਮੈਂ ਬ੍ਰਹਮਾ ਹਾਂ, ਇਹ ਮੇਰੇ ਲਿਖੇ ਉਚਾਰੇ ਹੋਏ ਜਿਹੜੇ ਬਣਾਏ ਹੋਏ ਵੇਦ ਆ, ਮੈਂ ਇਹਨਾਂ ਨੂੰ ਸਫਲਾ ਕਰਾਉਣ ਵਾਸਤੇ ਆਇਆ। ਮੇਰੇ ਸਮੇਤ ਸਾਡੇ ਇਹਨਾਂ ਵਿੱਚ ਹੰਕਾਰ ਆ ਗਿਆ ਸੀ ਕਿ ਪਰਮੇਸ਼ਰ ਦੀ ਹੋਂਦ ਦੀ ਗੱਲ ਅਸੀਂ ਕਰਦੇ ਹਾਂ, ਜੇ ਅਸੀਂ ਨਾ ਹੋਈਏ ਤੇ ਪਰਮੇਸ਼ਰ ਦਾ ਸੰਸਾਰ ਵਿੱਚ ਕਿਹਨੂੰ ਪਤਾ ਲੱਗੇ। ਤੋ ਗਰੀਬ ਨਵਾਜ ਫਿਰ ਜਦੋਂ ਅਸੀਂ ਆ ਕੇ ਵੇਖਿਆ ਸੰਸਾਰ ਦੇ ਵਿੱਚ, ਤੇ ਫਿਰ ਮਹਾਰਾਜ ਕੀ ਦਸੀਏ, ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ। ਸਤਿਗੁਰੂ ਜੀ ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚਾ ਲਾਇਓ। 1 ਸਾਲ ਤੱਕ ਮਹਾਰਾਜ ਅਸੀਂ ਫਿਰਦੇ ਰਹੇ, ਪਰ ਸਾਨੂੰ ਕਿਸੇ ਤੋਂ ਵੀ ਸ਼ਾਂਤੀ ਪ੍ਰੇਮ ਦਾ ਪਰਚਾ ਨਾ ਸਾਨੂੰ ਕਿਸੇ ਲਾਇਆ। ਕੀ ਦਸੀਏ ਸਤਿਗੁਰੂ, ਕਹਿਤਿਓ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਕੁਝ ਹੈ ਤੇ ਉਹਨਾਂ ਦੀ ਰਹਿਤ ਕੁਝ ਹੋਰ ਹੈ। ਹਰ ਨਾਮ ਛੋੜ ਦੂਜਾ ਲੱਗੇ, ਤਿਨ ਕੇ ਗੁਣ ਹਉ ਕਿਆ ਕਹੋ। ਮਹਾਰਾਜ ਗੁਰੂ ਪਰਮੇਸ਼ਰ ਹਰੀ ਦੇ ਨਾਮ ਤੋਂ ਟੁੱਟ ਕੇ ਸਭ ਸੰਸਾਰ ਦੂਜੇ ਪਾਸੇ ਲੱਗਾ ਹੈ। ਫਿਰ ਸਾਡਾ ਭਰਮ ਹੰਕਾਰ ਨਿਵਰਤ ਹੋਇਆ ਵੀ ਅਸੀਂ ਕਹਿੰਦੇ ਸੀ ਵੀ ਸਾਡੇ ਕਰਕੇ ਸੰਸਾਰ 'ਤੇ ਗਿਆਨ ਹੈ, ਪਰ ਸਾਨੂੰ ਪੜ੍ਹਨ ਵਾਲੇ ਵਿਦਾਂਤੀ ਲੋਕ ਵੀ ਅਗਿਆਨੀ ਹੈ। ਤੋ ਸੰਨਿਆਸੀ ਤਪਸੀਆ ਹੈ, ਮੁੱਖ ਹੋਏ ਪੰਡਿਤ ਮਿੱਠੇ, ਮੂੰਹ ਦੇ ਮਿੱਠੇ ਹੈ ਮਹਾਰਾਜ। ਕਹਿੰਦੇ ਕੁਝ ਹੈ ਪਰ ਕਥਨੀ ਹੈ, ਪੱਲੇ ਕਰਨੀ ਨਹੀਂ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਦੀ ਨਾਲ ਇਹਨਾਂ ਸੋਭਾ ਗਾਈ। ਆਖਿਆ ਮਹਾਰਾਜ ਸਾਨੂੰ ਸਿੱਖੀ ਬਖਸ਼ੋ, ਆਪਦੇ ਚਰਨਾਂ ਨਾਲ ਲਾਓ। ਇਹ ਕਥਾ ਆਪਾਂ ਕੱਲ੍ਹ ਸੁਣੀ ਅੱਗੇ, ਜਿਵੇਂ ਮਹਾਰਾਜ ਜੀਆਂ ਦੇ ਚਰਨੀ ਲੱਗੇ ਇਹਨਾਂ ਨੇ। ਸਤਿਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੋਭਾ ਗਾਈ। ਉਹ ਸਾਰੀ ਲਿਖੀ ਹੋਈ ਸੋਭਾ ਜਿਹੜੇ ਕੋਈ ਸਵਈਏ ਹਨ, ਉਹ ਸਾਰੇ ਸਵਈਏ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲਿਖਣਾ ਕੀਤੇ। ਉਹ ਪ੍ਰਸੰਗ ਆ ਜਾਵੇਗਾ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਫਿਰ ਸੰਪੂਰਨ ਹੋ ਗਿਆ ਸੀ। ਜਿਵੇਂ ਆਉਂਦਾ ਚਿੱਤ ਬਿਰਤੀ ਇਕਾਗਰ ਕਰਕੇ ਪ੍ਰਸੰਗ ਸੁਣੋ ਜੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਆਪ ਗੁਰ ਬਨ ਦੀਖਿਆ ਦੀਜੈ ਹੈ। ਤੋ ਹੇ ਸੱਚੇ ਪਾਤਸ਼ਾਹ, ਅਸੀਂ ਇਸ ਲਈ ਆਏ ਹਾਂ ਵੀ ਤੁਸੀਂ ਸਾਡੇ ਗੁਰੂ ਬਣੋ, ਸਾਨੂੰ ਸਿੱਖ ਬਣਾਓ। ਸਾਡੇ ਗੁਰੂ ਬਣ ਕੇ ਸਾਨੂੰ ਸਿੱਖਿਆ ਦੀਖਿਆ ਦੇਣਾ ਕਰੋ, ਉਪਦੇਸ਼ ਬਖਸ਼ੋ ਜੀ। ਸਿੱਖ ਰਹਾ ਉੱਚ ਰਹਾ ਉਪਦੇਸ਼। ਸਾਨੂੰ ਆਪਦੇ ਸਿੱਖ ਬਣਾਓ ਤੇ ਮਹਾਰਾਜ ਸ਼ਾਂਤੀ ਬਖਸ਼ਣ ਵਾਲਾ ਕੋਈ ਉਪਦੇਸ਼ ਸਿੱਖਿਆ ਬਖਸ਼ੋ ਮਹਾਰਾਜ। ਖੋਜਤ ਫਿਰੇ ਜਗਤ ਮਹਿ ਜਿਤ ਕਿਤ। ਕਿਉਂਕਿ ਮਹਾਰਾਜ ਸ਼ਾਂਤੀ ਲੱਭਦੇ ਅਸੀਂ ਸੰਸਾਰ ਵਿੱਚ ਕਿੱਥੇ ਕਿੱਥੇ ਨਹੀਂ ਗਏ। ਸੰਨਿਆਸੀ ਤਪਸੀ ਹੈ ਮਹਾਰਾਜ, ਹਰੇਕ ਪਾਸੇ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ। ਬੜੀਆਂ ਥਾਵਾਂ ਮਹਾਰਾਜ ਭਟਕ ਭਟਕ ਕੇ ਸ਼ਾਂਤੀ ਲੱਭਦੇ ਰਹੇ ਹਾਂ। ਲੀਨ ਸ਼ਾਂਤ ਹਿਤ ਪੰਥ ਵਿਸ਼ੇਸ਼। ਪਰ ਮਹਾਰਾਜ ਕਿਸੇ ਵਿਸ਼ੇਸ਼ ਪੰਥ ਤੋਂ ਸਾਨੂੰ ਸ਼ਾਂਤੀ ਦੀ ਪ੍ਰਾਪਤ ਨਹੀਂ ਹੋਈ, ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ।
ਕਿਤੋਂ ਸਾਨੂੰ ਸ਼ਾਂਤੀ ਨਹੀਂ ਮਿਲੀ ਹੈ। ਸ਼ਰਮਤ ਭਏ ਨਹਿ ਪ੍ਰਾਪਤ ਹੋਵਾ। ਮਹਾਰਾਜ ਅਸੀਂ ਥੱਕ ਹੰਬ ਹਾਰ ਗਏ ਫਿਰ ਫਿਰ ਕੇ ਸੰਸਾਰ ਤੇ ਸਭ ਧਰਮਾਂ ਸਭ ਪੰਥਾਂ ਪਾਸ ਜਾ ਕੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਨੇ ਨਹੁ ਪਰਚਾ ਲਾਇਓ। ਸਾਨੂੰ ਥਕਾਵਟ ਹੀ ਮਿਲੀ ਹੈ ਪਰ ਕੁਝ ਪ੍ਰਾਪਤ ਨਹੀਂ ਹੋਇਆ ਹੈ। ਕਾਸੀ ਹਮ ਕਾਸੀਪੁਰ ਦੇਸ। ਮਹਾਰਾਜ ਅਸੀਂ ਕਾਂਸੀ ਦੇ ਰਹਿਣ ਵਾਲੇ, ਤੁਸੀਂ ਪੁੱਛਦੇ ਹੋ ਵੀ ਕਿੱਥੇ ਰਹਿੰਦੇ ਹੋ। ਕਾਂਸੀ ਬਨਾਰਸ ਦੇ ਅਸੀਂ ਰਹਿਣ ਵਾਲੇ ਹਾਂ। ਅਪੁਰ ਬਾਸਨਾ ਚਿਤ ਮਹਿ ਕੋਇ ਨਾ। ਤੇ ਜੇ ਤੁਸੀਂ ਆਂਦੇ ਕੁਝ ਮੰਗੋ ਮਹਾਰਾਜ ਤੇ ਸਾਡੇ ਮਨ ਵਿੱਚ ਹੋਰ ਕੋਈ ਮੰਗ ਨਹੀਂ, ਕੋਈ ਵਾਸ਼ਨਾ ਨਹੀਂ ਹੈ। ਜਾਚੈ ਹੈ ਮਿਥਿਆ ਜੋ ਅਸ਼ੇਸ਼। ਮਹਾਰਾਜ ਕੀ ਮੰਗੀਏ? ਉਹ ਮੰਗੀਏ ਜਿਹੜਾ ਸਾਰਾ ਕੁਝ ਸੰਸਾਰ ਤੇ ਮਿਥਿਆ ਹੈ। ਕੀ ਮੰਗੀਏ ਮਹਾਰਾਜ ਜਦੋਂ ਕੋਈ ਪੱਕਾ ਸਥਿਰ ਰਹਿਣ ਵਾਲਾ ਨਹੀਂ ਹੈ। ਚਿਰੀ ਔਰ ਜਨ ਸੁਨ ਭਨਿਓ ਬਿਦ ਤੁਮ। ਤੋ ਗਰੀਬ ਨਵਾਜ ਮਹਾਰਾਜ ਜੀਆਂ ਸੁਣ ਕੇ ਇਹਨਾਂ ਦੇ ਬਚਨ ਫਿਰ ਬੋਲੇ ਸਤਿਗੁਰੂ ਜੀ। ਨਾਰ ਧਨ ਤਾਰ ਆਏ ਹਮ ਪਾਸ। ਆਖਿਆ ਕਿ ਤੁਸੀਂ ਬੇਦ ਹੋ ਭਾਈ, ਅਸੀਂ ਜਾਣਦੇ ਹਾਂ ਮਨੁੱਖਾ ਦੇਹੀ ਧਾਰ ਕੇ ਸਾਡੇ ਪਾਸ ਆਏ ਹੋ। ਤੁਮ ਸਭ ਕਰਹਾ ਬ੍ਰਹਮ ਕੋ ਨਿਰਨੈ। ਤੇ ਤੁਸੀਂ ਤਾਂ ਸੁਣਿਆ ਵੇਦ ਹੋ ਤੇ ਤੁਸੀਂ ਵੇਦ ਹੀ ਸਾਰੇ ਜਿਹੜੇ ਹੋ ਬ੍ਰਹਮ ਦਾ ਨਿਰਣਾ ਕਰਦੇ ਹੋ। ਬ੍ਰਹਮ ਦੀ ਬਾਤ, ਬ੍ਰਹਮ ਦਾ ਨਿਹਚਾ ਸੰਸਾਰ ਤੇ ਕਰਕੇ ਦੱਸਦੇ ਹੋ। ਪਾਰ ਬ੍ਰਹਮ ਕੋ ਸੋ ਜਸ ਪ੍ਰਕਾਸ਼। ਤੇ ਉਸ ਬ੍ਰਹਮ ਪ੍ਰਭੂ ਪਰਮੇਸ਼ਰ ਦਾ ਸ੍ਰੇਸ਼ਟ ਜਸ ਵਡਿਆਈ ਸਭ ਸੰਸਾਰ ਤੇ ਤੁਸਾਂ ਪ੍ਰਕਾਸ਼ ਕੀਤੀ ਹੈ। ਆਬ ਸਰੀਰ ਮਾਨਵ ਕੋ ਪਾਇਆ। ਤੇ ਹੁਣ ਤੁਸੀਂ ਮਨੁੱਖਾਂ ਦਾ ਸਰੀਰ ਪ੍ਰਾਪਤ ਕਰੀ ਫਿਰਦੇ ਹੋ। ਮਹਾਰਾਜ ਨੇ ਉਹ ਵਿਅੰਗਮਈ ਢੰਗ ਨਾਲ ਆਖਿਆ ਵੀ ਕਿਉਂਕਿ ਇਹ ਵੀ ਇਹੀ ਗੱਲ ਕਹਿੰਦੇ ਸੀ ਨਾ ਵੀ ਸਾਡੇ ਕਰਕੇ ਬ੍ਰਹਮ ਪਰਮੇਸ਼ਰ ਦਾ ਇੱਥੇ ਸੰਸਾਰ ਤੇ ਪਤਾ ਲੱਗਦਾ ਹੈ। ਉਹੀ ਬਚਨ ਮਹਾਰਾਜ ਨੇ ਕਹਿ ਦਿੱਤਾ ਵੀ ਤੁਸੀਂ ਤਾਂ ਬ੍ਰਹਮ ਦਾ ਇੱਥੇ ਨਿਹਚਾ ਕਰਕੇ ਦੱਸਦੇ ਹੋ ਸਭ ਨੂੰ ਤੇ ਪਰਮੇਸ਼ਰ ਦੀ ਬੜੀ ਸ਼ੋਭਾ ਕਰਦੇ ਹੋ ਤੇ ਵੇਦ ਹੋ ਕੇ ਤੁਸਾਂ ਹੁਣ ਮਨੁੱਖਾ ਦੇਹੀ ਧਾਰੀ ਹੋਈ ਹੈ। ਕੁਛ ਹੰਕਾਰ ਪਇਓ ਫਲ ਤਸ। ਤੋ ਅਸੀਂ ਜਾਣਦੇ ਹਾਂ ਗੱਲ ਮਹਾਰਾਜ ਕਹਿੰਦੀ ਵੀ ਜਿਹੜਾ ਤੁਹਾਨੂੰ ਹੰਕਾਰ ਹੋਇਆ ਸੀ ਨਾ ਵੀ ਸਾਡੇ ਕਰਕੇ ਸੰਸਾਰ ਤੇ ਗਿਆਨ ਹੈ, ਉਸੇ ਦਾ ਫਲ ਮਿਲ ਰਿਹਾ ਜੋ ਤੁਹਾਨੂੰ ਵੇਦ ਹੋ ਕੇ ਫਿਰ ਮਨੁੱਖਾ ਦੇਹੀ ਵਿੱਚ ਆਉਣਾ ਪਿਆ ਹੈ। ਬ੍ਰਹਮ ਰੂਪ ਸ਼੍ਰੀ ਨਾਨਕ। ਤੇ ਬ੍ਰਹਮ ਪਰਮੇਸ਼ਰ ਜਿਹੜਾ ਉਹਦਾ ਸਰੂਪ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਕਲ ਮਹਿ ਨਰ ਸਰੂਪ ਹੋਏ ਤਾਰੇ ਦਾਸ। ਤੇ ਉਹਨਾਂ ਨੇ ਕਲਯੁਗ ਦੇ ਸਮੇਂ ਵਿੱਚ ਮਨੁੱਖਾ ਅਵਤਾਰ ਧਾਰਿਆ ਸੀ। ਅਵਤਾਰ ਧਾਰ ਕੇ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਪਾਪੀ ਤੋਂ ਪਾਪੀ ਮਨੁੱਖ ਵੀ ਤਾਰੇ ਹੈ। ਨਰ ਤਨ ਤੁਮਰੋ ਨਰ ਤਨ ਸੋਈ। ਇਸ ਲਈ ਮਨੁੱਖਾ ਦੇਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੀ ਅਵਤਾਰ ਧਾਰਿਆ ਮਹਾਰਾਜ ਨੇ। ਉਹ ਵੀ ਮਨੁੱਖਾ ਦੇਹੀ ਵਿੱਚ ਆਏ ਸਨ। ਪਰਮੇਸ਼ਰ ਜੀ ਹੇ ਬੇਦੋ ਤੁਸੀਂ ਵੀ ਹੁਣ ਮਨੁੱਖ ਸਰੀਰ ਵਿੱਚ ਜਾਮੇ ਵਿੱਚ ਆਏ ਹੋ। ਨਾਰ ਸਰੂਪ ਨਾਰ ਪਾਖਾ ਕੋ ਕਰਹਾ ਉਚਾਰ ਸੁਧਾਰ। ਇਸ ਕਰਕੇ ਤੁਸੀਂ ਨਰ ਜਿਹੜੀ ਭਾਖਾ ਹੈ ਨਾ, ਆਮ ਬੋਲਚਾਲ ਦੀ ਬੋਲੀ ਹੈ, ਉਹ ਬੋਲੀ ਸਾਡੇ ਨਾਲ ਬੋਲਣੀ ਕਰੋ ਜੀ। ਜਿਸ ਮਹਿ ਜਾਸ ਗੁਰੂ ਨਾਨਕ ਕੇਰਾ। ਤੇ ਉਸੇ ਹੀ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਸ ਵਡਿਆਈ ਗਾਓ ਜੀ। ਕਰਹਾ ਅਬੈ ਨਿਜ ਬਦਨ ਉਚਾਰ। ਹੁਣੇ ਤੁਸੀਂ ਜੇ ਕੁਝ ਲੈਣਾ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਗਾਓ ਜੇ ਕੁਝ ਲੈਣਾ ਹੈ ਤਾਂ। ਜੇ ਕੁਝ ਖਟਣਾ ਜੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਫਿਰ ਕੁਝ ਖਟਣਾ ਹੈ, ਆਪਦਾ ਹੰਕਾਰ ਨਿਵਰਤ ਕਰਨਾ ਕਰਵਾਉਣਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਆਪਣੇ ਮੁਖੋਂ ਗਾਉਣਾ ਕਰੋ ਜੀ। ਬਾਹਰ ਸਿੱਖ ਹਮ ਤੁਮ ਕੋ ਕਰ ਹੈ। ਉਸ ਤੋਂ ਬਾਅਦ ਅਸੀਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸਿੱਖੀ ਬਖਸ਼ਾਂਗੇ, ਸਿੱਖ ਬਣਾਵਾਂਗੇ। ਪਾਵਹੁ ਚਿਤ ਸ਼ਾਂਤੀ ਸੁਖ ਸਾਰ। ਤੇ ਉਦੋਂ ਫਿਰ ਤੁਹਾਨੂੰ ਸ਼ਾਂਤੀ ਮਿਲੂਗੀ, ਸ੍ਰੇਸ਼ਟ ਸੁੱਖਾਂ ਦੀ ਪ੍ਰਾਪਤੀ ਸਿੱਖੀ ਤੋਂ ਬਾਅਦ। ਸਿੱਖੀ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਣਾ, ਸੁੱਖਾਂ ਦੀ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਰਹ ਹੈ ਸਿਥਰ ਜਗ ਬਿਖੈ ਨਾਮ ਤੁਮ। ਤੇ ਤੁਹਾਡਾ ਜਿਹੜਾ ਸੰਸਾਰ ਤੇ ਨਾਮ ਹੈ ਨਾ ਉਹ ਸਥਿਰ ਰਹਿ ਜਾਵੇਗਾ। ਸੰਸਾਰ ਤੇ ਤੁਹਾਡਾ ਨਾਮ ਸਦਾ ਵਾਸਤੇ ਅਮਰ ਹੋ ਜਾਵੇਗਾ। ਲਿਖ ਹੈ ਗ੍ਰੰਥ ਮਹਿ ਬਣਿਓ ਉਦਾਰ। ਆਖਿਆ ਮਹਾਰਾਜ ਜੀ ਕਿਵੇਂ ਸਾਡਾ ਨਾਮ ਸੰਸਾਰ ਤੇ ਅਮਰ ਰਹਿ ਜਾਵੇਗਾ। ਗਰੀਬ ਨਵਾਜ ਮਹਾਰਾਜ ਕਹਿੰਦੇ ਅਸੀਂ ਜੋ ਤੁਸੀਂ ਹੁਣ ਸਾਨੂੰ
ਸੁਣਾਓਗੇ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਗਾ ਕੇ, ਉਹ ਸਾਰੀ ਦੀ ਸਾਰੀ ਤੁਹਾਡੀ ਉਚਾਰੀ ਹੋਈ ਬਾਣੀ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖ ਦੇਵਾਂਗੇ। ਜਦੋਂ ਸਿੱਖ ਪੜ੍ਹਿਆ ਕਰਨਗੇ ਤੇ ਤੁਹਾਡੀ ਭਟਾਂ ਦੀ ਬੜੀ ਸੋਭਾ ਸੰਸਾਰ ਤੇ ਹੋਊਗੀ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਤੁਹਾਡੀ ਬਾਣੀ ਲਿਖੀ ਹੋਣ ਕਰਕੇ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ। ਸੁਣ ਕਰ ਔਰ ਹਰ ਖਤ ਸਭ ਹੋਵੈ ਕਰ। ਇਹ 17 ਭੱਟ ਖਾਲਸਾ ਜੀ ਬ੍ਰਹਮਾ ਭਿੱਖਾ ਜੀ ਸਮੇਤ ਮਹਾਰਾਜ ਦੇ ਬਚਨ ਬਾਣੀ ਸੁਣ ਕੇ ਬਹੁਤ ਖੁਸ਼ ਹੋਏ ਹਨ। ਹਾਥ ਜੋੜ ਕੈ ਬੂਝਨ ਕੀਨ। ਦੋਵੇਂ ਹੱਥ ਜੋੜੇ ਗਰੀਬ ਨਵਾਜ ਮਹਾਰਾਜ ਨੂੰ ਬੇਨਤੀ ਪੂਰਵਕ ਪੁੱਛਦੇ ਹਨ। ਕਿਰਪਾ ਸਿੰਧ ਕੇਸ ਚਾਲ ਰਚਹੈ। ਮਹਾਰਾਜ ਜੀ ਦੱਸੋ ਅਸੀਂ ਕਿਵੇਂ ਜਸ ਗਾਈਏ ਗੁਰੂ ਨਾਨਕ ਪਾਤਸ਼ਾਹ ਦਾ, ਕਿਹੜੀ ਚਾਲ ਦੇ ਨਾਲ, ਕਿਹੜੀ ਚਾਲ ਰੀਤ ਮਰਿਆਦਾ ਦੇ ਨਾਲ ਅਸੀਂ ਲਿਖਣਾ ਜਾਂ ਉਚਾਰਨਾ ਕਰੀਏ। ਭਾਵ ਕੇਸ ਚਾਲ ਮਰਿਆਦਾ ਵਿੱਚ, ਕਿਉਂਕਿ ਸਾਧ ਸੰਗਤ ਜੀ ਇੱਕ ਹੁੰਦੀ ਵਾਰਤਕ ਲਿਖਤ, ਇੱਕ ਗਾਦਿਆ ਹੁੰਦੀ ਹੈ, ਪਾਦਿਆ ਹੁੰਦੀ ਹੈ। ਜਿਵੇਂ ਕੋਈ ਸ਼ਬਦ ਹੈ ਬਣੇ ਹੋਇਆ, ਹੁਣ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਗਾਦਿਆ ਰਚਨਾ ਹੁੰਦੀ, ਜਿਵੇਂ ਕਾਵ ਰਚਨਾ ਹੁੰਦੀ ਹੈ। ਇੱਕ ਸਿੱਧਾ ਹੀ ਵਾਰਤਕ ਹੁੰਦੀ, ਜਿਵੇਂ ਅਖਬਾਰਾਂ ਨਹੀਂ ਆਉਂਦੀਆਂ, ਸਿੱਧਾ ਹੀ ਲਿਖਿਆ, ਅਰਥ ਕਰਨ ਦੀ ਕੋਈ ਲੋੜ ਨਹੀਂ। ਇਸ ਤਰ੍ਹਾਂ ਇਹ ਕੁਝ ਉਹ ਇਹ ਪੁੱਛਦੇ ਆ ਮਹਾਰਾਜ ਕਿਸ ਰੀਤੀ ਵਿੱਚ ਅਸੀਂ ਇਹ ਗਾਉਣਾ ਕਰੀਏ ਜੀ। ਸੋ ਪ੍ਰਥਮ ਬਤਾਵਾ ਹਮ ਲੈ ਚੀਨ। ਤੇ ਮਹਾਰਾਜ ਤੁਸੀਂ ਦੱਸੋ ਇੱਕ ਵਾਰੀ, ਆਪ ਤੁਸੀਂ ਗਾ ਕੇ ਸਾਨੂੰ ਇੱਕ ਵਾਰੀ ਚਾਲ ਸਮਝਾ ਦਿਓ, ਫਿਰ ਅਸੀਂ ਆਪੇ ਗਾਵਾਂਗੇ ਸੋਭਾ ਨੂੰ। ਤੀਸੀ ਰੀਤ ਸਭ ਕਰੈ ਬਨਾਵਨ। ਜਿਸ ਰੀਤੀ ਨਾਲ ਤੁਸੀਂ ਗਾਓਗੇ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ, ਮਗਰ ਅਸੀਂ ਉਸੇ ਮਰਿਆਦਾ ਦੇ ਵਿੱਚ ਆਪਦੇ ਵੱਲੋਂ ਫਿਰ ਸੋਭਾ ਗਾਵਾਂਗੇ। ਸ਼੍ਰੀ ਗੁਰ ਕੀਰਤ ਰਚਰ ਨਵੀਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਸੁੰਦਰ ਸੋਭਾ ਹੈ, ਨਵੀਂ ਤੋਂ ਨਵੀਂ ਹੀ। ਮਹਾ ਲਾਭ ਹਮ ਕੋ ਇਹੋ ਹੋਏ ਹੈ। ਸਾਨੂੰ ਪਤਾ ਹੈ ਸੋਭਾ ਗਾਉਣ ਦਾ ਸਾਨੂੰ ਬਹੁਤ ਭਾਰੀ ਲਾਭ ਹੋਣਾ ਹੈ। ਮਹਾਰਾਜਾਂ ਸਾਨੂੰ ਤੁਸੀਂ ਸੋਭਾ ਗਾਉਣ ਦਾ ਬੜਾ ਭਾਰੀ ਲਾਭ ਤੇ ਅਵਸਰ ਮੌਕਾ ਬਖਸ਼ ਰਹੇ ਹੋ। ਰਾਵਰ ਕਿਰਪਾ ਤਾਰ ਕੈ ਦੀਨ। ਮਹਾਰਾਜ ਤੁਸੀਂ ਕਿਰਪਾ ਧਾਰ ਕੇ ਗੁਰੂ ਗਰੀਬ ਨਵਾਜ ਰਾਗਾਂ ਵਿੱਚ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਵੈ ਲਿਖ ਰਹੇ ਹੋ ਤੇ ਸਾਨੂੰ ਮੌਕਾ ਦੇ ਰਹੇ ਹੋ। ਰਾਵਰ ਕਿਰਪਾ ਧਾਰ ਕੇ ਦੀਨ, ਤੁਸੀਂ ਕਿਰਪਾ ਧਾਰ ਕੇ ਮਹਾਰਾਜ ਜੀ ਸਾਨੂੰ ਇਹ ਸੋਭਾ ਗਾਉਣ ਦਾ ਤੇ ਸਾਡੀ ਬਾਣੀ ਲਿਖਣ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਸੁਭਾਗ ਬਖਸ਼ ਰਹੇ ਹੋ। ਸ਼੍ਰੀ ਅਰਜਨ ਸੁਨ ਆਪ ਬਨਾਏ। ਤੋ ਸੁਣ ਕੇ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਫਿਰ ਆਪ ਸੋਭਾ ਗਾਈ ਹੈ। ਪ੍ਰਥਮ ਸਵਈਏ ਸੋ ਲਿਖਵਾਏ। ਪਹਿਲਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਉਹ ਸਵਈਏ ਲਿਖਵਾਏ ਜਿਹੜੇ ਮਹਾਰਾਜ ਨੇ ਆਪ ਗਾਏ। ਖਾਲਸਾ ਜੀ ਜਿਹੜੇ ਕੋਈ ਸਹਿਜ ਪਾਠ ਕਰਨ ਵਾਲੇ ਪ੍ਰੇਮੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹੈ, ਸਵਈਏ 2 ਵਾਰੀ ਆਉਂਦੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ। ਇੱਕ ਵਾਰੀ ਪਹਿਲਾਂ ਆਉਂਦੇ, ਉਹ ਸਵਈਏ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਗਾਏ ਹੈ, ਉਚਾਰੇ ਹੈ ਤੇ ਭਾਈ ਗੁਰਦਾਸ ਜੀ ਤੋਂ ਲਿਖਵਾਏ ਹੈ। ਭੱਟਾਂ ਨੂੰ ਚਾਲ ਦੱਸਣ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਪਈ ਐਂ ਕਰੀਦੀ ਹੈ, ਤੁਸੀਂ ਵੀ ਇਸ ਤਰ੍ਹਾਂ ਕਰੋ ਜੀ। ਬਾਹਰ ਸਮਸਤ ਪਾਠ ਗੁਰ ਸਿਮਰੇ। ਤੇ ਇਹ ਵਿਦਵਾਨ ਸੀ ਬਹੁਤ ਜ਼ਿਆਦੇ, ਜਦੋਂ ਬਸ ਇੱਕ ਵਾਰੀ ਮਹਾਰਾਜ ਨੇ ਚਾਲ ਸਮਝਾ ਦਿੱਤੀ ਸਾਰੇ ਪਾਤਸ਼ਾਹ ਦੇ ਸਵਈਏ ਗਾ ਗਾ ਕੇ, ਉਸ ਤੋਂ ਬਾਅਦ ਫਿਰ ਇਹ ਸਾਰੇ ਭੱਟਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਗਾਉਣੀ ਆਰੰਭ ਕੀਤੀ ਹੈ। ਕਰਤ ਭਏ ਮਨ ਕੋ ਮਗਾਏ। ਬੜੇ ਉਤਸ਼ਾਹ ਤੇ ਚਾਅ ਦੇ ਨਾਲ। ਸ਼੍ਰੀ ਨਾਨਕ ਕੋ ਸੁਜਾਸ ਆਦ ਮਹਿ। ਪਹਿਲਾਂ ਇਹਨਾਂ ਨੇ ਸਵਈਏ ਗਾਏ ਜਿਹਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਕੀਤੀ। ਬਾਹ ਪ੍ਰਕਾਰ ਤਨ ਬਿਖੈ ਬਨਾਏ। ਬੜੇ ਤਰ੍ਹਾਂ ਦੇ ਨਾਲ ਮਹਾਰਾਜ ਸਤਿਗੁਰਾਂ ਦੀ ਸੋਭਾ ਸਵਈਆਂ ਵਿੱਚ ਗਾਈ ਹੈ। ਬ੍ਰਹਮ ਰੂਪ ਕਰ ਵਰਣਨ ਕੀਨੇ। ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬ੍ਰਹਮ ਰੂਪ ਕਰਕੇ ਇਹਨਾਂ ਵੇਦਾਂ ਵਿੱਚ ਕਥਨ ਕੀਤਾ। ਵਾਹਿਗੁਰੂ ਸਵਈਆਂ ਵਿੱਚ ਇਹਨਾਂ ਭੱਟਾਂ ਨੇ ਕਥਨ ਕੀਤਾ ਹੈ, ਜਿਹਦੇ ਵਿੱਚ ਆਉਂਦਾ ਸਵਈਏ ਮਹੱਲੇ ਪਹਿਲੇ ਕੇ। ਤੋ ਇਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਭੱਟਾਂ ਨੇ ਇਹਨਾਂ ਸਵਈਆਂ ਦੇ ਵਿੱਚ ਪਰਮੇਸ਼ਰ ਕਹਿ ਕੇ
ਬ੍ਰਹਮ ਜਾਣ ਕੇ ਕਥਨ ਕੀਤਾ ਹੈ। ਸ਼ਿਵ ਬ੍ਰਹਮਾ ਦੇਕ ਜੇ ਸੋ ਕੋ ਗਾਏ। ਆ ਉਹਦੇ ਵਿੱਚ ਸੋਭਾ ਆਖੀ ਵੀ ਗੁਰੂ ਨਾਨਕ ਪਾਤਸ਼ਾਹ ਉਹ ਪਰਮੇਸ਼ਰ ਹਨ ਜਿਨ੍ਹਾਂ ਨੂੰ ਸ਼ਿਵ ਭਗਵਾਨ ਵਰਗੇ ਬ੍ਰਹਮਾ ਵਰਗੇ ਸਾਰੇ ਦੇਵੀ ਦੇਵਤੇ ਗਾਉਂਦੇ ਐ। ਬਹੁਤ ਚਾਲ ਕੇ ਕਰੇ ਸਵਈਏ। ਤੋ ਬੜੀਆਂ ਚਾਲਾਂ ਦੇ ਕਿਸੇ ਸਵਈਏ ਦੀ ਕਿਵੇਂ ਚਾਲ ਬਦਲਦੀ ਹੈ। ਬੜੇ ਸੁੰਦਰ ਚਾਲ ਅੰਦਰ ਬੜੇ ਸਵਈਏ ਸੋਭਾ ਗਾਉਣਾ ਕੀਤੀ ਹੈ। ਦੇਸਣ ਕੀ ਭਾਖਾ ਵਿੱਚ ਸੋਏ। ਦੇਸ਼ ਦੀ ਭਾਸ਼ਾ ਭਾਵ ਕੁਝ ਸੰਸਕ੍ਰਿਤੀ ਦੇ ਸ਼ਬਦ ਆ ਜਾਂਦੇ ਵਿੱਚ, ਪਰ ਉਹ ਗੁਰਮੁਖੀ ਭਾਸ਼ਾ ਦੇ ਵਿੱਚ ਦੇਸ਼ ਦੀ ਖਿੱਤੇ ਦੀ ਭਾਸ਼ਾ ਵਿੱਚ ਇਹ ਸ਼ਬਦ ਇਹਨਾਂ ਨੇ ਸਵਈਏ ਗਾਏ ਹਨ। ਮਹਾ ਮਹਾਤਮ ਕੀਨ ਉਚਾਰਨ। ਸਵਈਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਮਹਾਤਮ ਖਾਲਸਾ ਜੀ ਨਾ ਭਟਾ ਨੇ ਗਾਉਣਾ ਕੀਤਾ ਹੈ। ਪਠੇ ਸੁਨੇ ਫਲ ਦੀਰਘ ਹੋਏ। ਜਿਹੜਾ ਇਹਨਾਂ ਸਵਈਆਂ ਨੂੰ ਪੜ੍ਹਦਾ ਹੈ ਸੁਣਦਾ ਹੈ, ਪੜ੍ਹਨ ਸੁਣਨ ਦਾ ਬੜਾ ਭਾਰੀ ਫਲ ਵੀ ਮਿਲਦਾ ਹੈ। ਜੇ ਸੋ ਕੋ ਨਿਤ 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 ਸ਼ਰੁਤ ਕਹਿ। ਜਿਸ ਗੁਰੂ ਬ੍ਰਹਮ ਪਰਮੇਸ਼ਰ ਨੂੰ ਨੇਤ ਨੇਤ ਵਾ ਭਾਵ ਬੇਅੰਤ ਬੇਅੰਤ ਨੇਤ ਨੇਤ ਕਥੰਤ ਵੇਦ ਦਾ ਵੇਦ ਜਿਹੜੇ ਨੇਤ ਨੇਤ ਕਹਿੰਦੇ ਆ ਜਿਸ ਬ੍ਰਹਮ ਨੂੰ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੂੰ, ਤਿਸ ਕੋ ਵਰਣ ਸਕਹਿ ਕਾਹ ਕੋਏ। ਉਸ ਦਾ ਵਰਣਨ ਇਹ ਭੱਟ ਕਹਿੰਦੇ ਦੱਸੋ ਭਾਈ ਕੌਣ ਕਰ ਸਕਦਾ ਹੈ ਬ੍ਰਹਮ ਦਾ ਵਰਣਨ। ਬ੍ਰਹਮ ਨੂੰ ਕਿਵੇਂ ਕੋਈ ਕਥਨ ਕਰ ਸਕਦਾ ਹੈ, ਉਹ ਤਾਂ ਅਕਥ ਹੈ, ਬੇਅੰਤ 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 ਹੈ। ਸ਼ੇਖ ਸਾਰਦਾ ਅੰਤ ਨਾ ਪਾਵੈ। ਜਿਸ ਬ੍ਰਹਮ ਪਰਮੇਸ਼ਰ ਦਾ ਸ਼ੇਸ਼ ਨਾਗ ਵਰਗੇ ਸਾਰਦਾ ਸਰਸਵਤੀ ਵਰਗੇ ਅੰਤ ਨਹੀਂ ਪਾ ਸਕਦੇ ਹੈ। ਗਾਵੈ ਗੁਣ ਸ਼ੇਸ ਸਹਿਸ ਜੇਬਾ ਰਸ ਆਦ ਅੰਤ ਲਿਵ ਲਾਗ ਧੁਨਾ। ਇਹ ਭਟਾ ਨੇ ਸਵਈਆਂ ਵਿੱਚ ਗਾਉਣਾ ਕੀਤਾ ਹੈ। ਸਦਾ ਸੁਖ ਜਹ ਜੋਗੀ ਜੋਏ। ਜਿਸ ਬ੍ਰਹਮ ਪਰਮੇਸ਼ਰ ਨੂੰ ਜੋਗੀ ਲੋਕ ਸਦਾ ਖੋਜਦੇ ਰਹਿੰਦੇ ਆ, ਕਈ ਮਰ ਚੁੱਕੇ ਆ ਤੋ ਬੜੇ ਸਮਿਆਂ ਤੋਂ ਖੋਜ ਜਾਰੀ ਹੈ ਜਿਸ ਬ੍ਰਹਮ ਨੂੰ ਪ੍ਰਾਪਤ ਕਰਨ ਦੀ। ਪੁਨ ਸ਼੍ਰੀ ਅੰਗਦ ਕੋ ਜਾਸ ਬਰਣਿਓ। ਉਹ ਬ੍ਰਹਮ ਕੌਣ ਹੈ ਭਾਈ? ਉਹ ਧੰਨ ਗੁਰੂ ਨਾਨਕ ਪਾਤਸ਼ਾਹ ਹਨ। ਇਹਨਾਂ ਨੇ ਮਹਾਰਾਜ ਦੇ ਸਾਹਮਣੇ ਸੋਭਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ। ਫਿਰ ਇਹਨਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਸ ਗਾਉਣਾ ਕੀਤਾ ਹੈ। ਬਹੁ ਪ੍ਰਕਾਰ ਕੇ ਗੁਣ ਵਿਦਤਾਏ। ਬੜੇ ਗੁਣ ਪ੍ਰਗਟ ਕੀਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ। ਕੀਰਤ ਸ਼੍ਰੀ ਗੁਰੂ ਅਮਰਦਾਸ ਕੀ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਡਾਢੀ ਸੋਭਾ ਗਾਉਣਾ ਕੀਤੀ ਹੈ। ਨਿਜ ਬਾਣੀ ਮੈਂ ਰੁਚਿਰ ਬਨਾਏ। ਆਪਦੀ ਭਾਸ਼ਾ ਦੇ ਵਿੱਚ ਬੜੀ ਸੁੰਦਰ ਜਾਂ ਆਪਣੀ ਸਵਈਆਂ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਸੋਭਾ ਵੀ ਗਾਈ ਹੈ। ਕੁਸਮ ਬਸੰਤ ਤਰੰਗ ਗੰਗ ਕੇ। ਹਾਂ, ਇਹ ਕੁਸਮ ਫੁੱਲ ਜਿਹੜੇ ਬਸੰਤ ਦੇ ਹੈ, ਗੰਗਾ ਦੀਆਂ ਲਹਿਰਾਂ ਇਹ ਜੋ ਹਨ। ਗੁਣ ਬੇਅੰਤ ਇਤਿਆਦ ਜਨਾਏ। ਇਹ ਤਾਂ ਕੋਈ ਗਿਣ ਸਕਦਾ ਹੈ, ਪਰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਮਹਿਮਾ ਤੋਹੇ ਬਣ ਆਵੇ। ਵੀ ਬਸੰਤ ਦੇ ਰੁੱਤ ਵਿੱਚ ਫੁੱਲ ਵੀ ਕੋਈ ਗਿਣ ਸਕਦਾ ਹੈ, ਬਾਰਿਸ਼ ਅਸਮਾਨ ਤੋਂ ਪੈਂਦੀ ਹੋਈ ਵੀ ਕੋਈ ਗਿਣ ਸਕਦਾ ਕਣੀਆਂ, ਤੇ ਗੰਗਾ ਦੀਆਂ ਲਹਿਰਾਂ ਵੀ ਹੋ ਸਕਦਾ ਗਿਣੀਆਂ ਜਾਣ। ਪਰ ਧੰਨ ਗੁਰੂ ਅਮਰਦਾਸ ਤੁਹਾਡੇ ਵਿੱਚ ਕਿੰਨੇ ਕੁ ਗੁਣ ਹੈ ਗਿਣੇ ਨਹੀਂ ਜਾ ਸਕਦੇ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਮਹਿਮਾ ਤੋਹੇ ਬਣ ਆਵੇ। ਐਸੀ ਸੋਭਾ ਭੱਟਾਂ ਨੇ ਤੀਸਰੇ ਪਾਤਸ਼ਾਹ ਦੇ ਸਵਈਆਂ ਵਿੱਚ ਕੀਤੀ ਹੈ। ਜਿਨ ਕੇ ਸੰਸਾਰ ਅਪਰ ਨਹੀਂ ਕੋ। ਜਿਸ ਗੁਰੂ ਅਮਰਦਾਸ ਮਹਾਰਾਜ ਦੇ ਬਰਾਬਰ ਦਾ ਸੰਸਾਰ ਤੇ ਕੋਈ ਹੋਰ ਨਾ ਹੈ, ਨਾ ਹੋਇਆ, ਨਾ ਹੋਣਾ ਹੈ। ਤਿਨ ਕੀ ਉਪਮਾ ਤਿਨ ਬਨ ਆਏ। ਹੇ ਗੁਰੂ ਅਮਰਦਾਸ ਤੁਹਾਡੀ ਸੋਭਾ ਤੁਹਾਨੂੰ ਹੀ ਬਣ ਆਉਂਦੀ ਆ, ਕੋਈ ਪ੍ਰਮਾਣ ਨਹੀਂ। ਆਪ ਅਪਰਮੇਵ ਹੋ। ਸ਼੍ਰੀ ਗੁਰੂ ਰਾਮਦਾਸ ਗੁਣ ਰਾਸੀ। ਫੇਰ ਖਾਲਸਾ ਜੀ ਭੱਟਾਂ ਨੇ ਚੌਥੇ ਪਾਤਸ਼ਾਹ ਦੇ ਸਵਈਏ ਗਾਏ। ਹੇ ਧੰਨ ਗੁਰੂ ਰਾਮਦਾਸ ਜੀ ਆਪ ਤਾਂ ਗੁਣਾਂ ਦੀ ਰਾਸੀ ਹੋ। ਤਿਨ ਕੀ ਕੀਰਤ ਰਚੀ ਬੇਸਾਲ। ਤੁਹਾਡੀ ਸੱਚੇ ਪਾਤਸ਼ਾਹ ਕਿਆ ਸੋਭਾ ਹੈ। ਇਸ ਤਰ੍ਹਾਂ ਬੜੀ ਸੋਭਾ ਖਾਲਸਾ ਜੀ ਗੁਰੂ ਰਾਮਦਾਸ ਮਹਾਰਾਜ ਦੀ ਇਹਨਾਂ ਭੱਟਾਂ ਨੇ ਗਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖਹੁ ਸਰਨਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਸੋਭਾ ਗਾਈ ਹੈ। ਧੰਨ ਧੰਨ ਸਤ ਗੁਰ ਜਗ ਸੁਆਮੀ। ਇਹ ਸੰਸਾਰ ਦੇ ਮਾਲਕ ਸੁਆਮੀ ਧੰਨ ਹੋ ਗੁਰੂ ਰਾਮਦਾਸ ਜੀ। ਜਿਨ ਦੇਖਿਓ ਆਘ ਓਘ ਸੋ ਟਾਲ। ਜਿਸ ਗੁਰੂ ਰਾਮਦਾਸ ਮਹਾਰਾਜ ਨੂੰ ਵੇਖਦਿਆਂ ਸਾਰ ਬੱਜਰ ਤੋਂ ਬੱਜਰ ਪਾਪ ਨਾਸ਼ ਹੋ ਜਾਂਦੇ ਐ। ਪੁਨ ਸ਼੍ਰੀ ਅਰਜਨ ਸੋ ਜਸ ਬਨਾਇਓ। ਫਿਰ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਦਾ ਜਿਹੜਾ ਹੈ ਜਸ ਵਡਿਆਈ ਸੋਭਾ ਗਾਉਣਾ ਕੀਤੀ ਹੈ। ਏਕੋ ਜੋਤ ਪੰਚ ਗੁਰ ਨਾਲ। ਅੰਤ ਨ ਪਾਵਤ ਦੇਵ ਸਭੈ ਮੁਨ। ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ। ਹਰ ਜਾਪ ਨਾ ਛਾੜਿਓ ਏਕ ਕਰੀ। ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ। ਗੁਰ ਜੋਤ ਅਰਜੁਨ ਮਾਹੇ ਧਰੀ। ਇਸ ਤਰ੍ਹਾਂ ਵਾਰ-ਵਾਰ ਸੋਭਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਇਹ ਭੱਟ ਗਾਉਂਦੇ ਹਨ। ਧਰਮ ਤੁਜਾ ਤਾਰਣੀ ਸਾਮ ਤੀਰਜ। ਹੇ ਗੁਰੂ ਅਰਜਨ ਦੇਵ ਜੀ ਤੁਸੀਂ ਧਰਮ ਦੇ ਨਿਸ਼ਾਨ ਹੋ। ਤੋ ਧਰਤੀ ਵਾਂਗੂ ਤੁਹਾਡੇ ਵਿੱਚ ਧੀਰਜ ਬਹੁਤ ਭਾਰੀ ਹੈ। ਪਰ ਉਪਕਾਰੀ ਪਰਮ ਕਿਰਪਾਲ। ਮਹਾਰਾਜ ਜੀ ਤੁਸੀਂ ਵੱਡੇ ਪਰਉਪਕਾਰੀ ਹੋ। ਡਾਢੇ ਕਿਰਪਾ ਦੇ ਘਰ ਹੋ। ਇੱਕ ਸਬਾਈ ਰਚੇ ਸਵਈਏ। ਤੋ ਕਵੀ ਜੀ ਕਹਿੰਦੇ ਆ 122 ਸਵਈਏ ਖਾਲਸਾ ਜੀ। ਇਹਨਾਂ ਭੱਟਾਂ ਨੇ ਗੁਰੂ ਅਰਜਨ ਦੇਵ ਪੰਜਾਂ ਪਾਤਸ਼ਾਹੀਆਂ ਦੇ ਸਾਰੇ ਸਵਈਏ 122 ਉਚਾਰਨ ਕੀਤੇ ਹਨ। ਪੰਚਾਂ ਗੁਰ ਕੁਸ ਜਸ ਬਨਾਏ। 122 ਸਵਈਆਂ ਵਿੱਚ ਸਤਿਗੁਰਾਂ ਪੰਜਾਂ ਪਾਤਸ਼ਾਹੀਆਂ ਦੀ ਬੜੀ ਸੋਭਾ ਗਾਈ ਹੈ। ਸ਼੍ਰੀ ਅਰਜਨ ਕੋ ਕੀਨ ਸੁਨਾਵਨ। ਇਹ 122 ਸਵਈਏ ਗਾ ਕੇ ਧੰਨ ਗੁਰੂ ਅਰਜਨ ਪਾਤਸ਼ਾਹ ਨੂੰ ਸੁਣਾਏ ਹੈ। ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਬੜੀ ਸਿਫਤ ਕੀਤੀ ਹੈ। ਪਰਮ ਪ੍ਰੇਮ ਮਨ ਮਹਿ ਉਪਜਾਏ। ਜੇ ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਦੇ ਪ੍ਰਥਾਏ ਬਹੁਤ ਪ੍ਰੇਮ ਪੈਦਾ ਹੋ ਰਿਹਾ ਹੈ। ਪਦ ਅਰਬਿੰਦ ਕਰੀ ਪੁਨ ਬੰਦਨ। ਫਿਰ ਇਹਨਾਂ ਭੱਟਾਂ ਨੇ ਖਾਲਸਾ ਜੀ ਮਹਾਰਾਜ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਹੈ। ਦੀਨ ਭਏ ਭਾਟ ਜੋ ਸਮੁਦਾਏ। ਜਿੰਨੇ ਭੱਟ ਸੀਗੇ ਸਾਰੇ ਮਹਾਰਾਜ ਦੇ ਅੱਗੇ ਬੜੇ ਆਏ ਨਿਮਾਣੇ ਨਿਮਰਤਾ ਸਹਿਤ ਹੋ ਰਹੇ ਹੈ। ਚਿਤ ਮਹਿ ਚਾਹਤ ਸਿੱਖ ਬਨੇ ਬੇ। ਤੇ ਮੰਗਦੇ ਕੀ ਹੈ? ਇਹ ਚਿੱਤ ਵਿੱਚ ਇਹ ਇੱਛਾ ਕਰਦੇ ਆ ਵੀ ਅਸੀਂ ਵੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਦੇ ਸਿੱਖ ਬਣ ਜਾਈਏ। ਜਾਚਤ ਸਾਤ ਸੋ ਚਿਤ ਮਹਿ ਆਏ। ਇਹ ਕਹਿੰਦੇ ਮਹਾਰਾਜ ਅਸੀਂ ਸਿੱਖ ਬਣਨ ਵਾਸਤੇ ਤੇ ਮਨ ਦੀ ਸ਼ਾਂਤੀ ਲੱਭਦੇ ਹੋਏ ਤੁਹਾਡੇ ਘਰ ਵਿੱਚ ਆਏ ਹਾਂ। ਭਏ ਪ੍ਰਸੰਨ ਬਹੁਤ ਸ਼੍ਰੀ ਅਰਜਨ। ਤੋ ਇਸ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਦੀ ਨਿਮਰਤਾ ਵੇਖ ਕੇ ਬਹੁਤ ਪ੍ਰਸੰਨ ਹੋਏ ਹੈ। ਤਿੰਨ ਕੀ ਕ੍ਰਿਤ ਗ੍ਰੰਥ ਲਿਖਵਾਏ। ਤੋ ਇਹਨਾਂ ਦੀ ਜਿਹੜੀ ਕਿਰਤ ਸੀ, ਭਾਵ ਜੋ ਇਹਨਾਂ ਨੇ 122 ਸਵਈਏ ਖਾਲਸਾ ਜੀ ਉਚਾਰੇ ਸੀ ਨਾ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਉਹ 122 ਸਵਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਵਿੱਚ ਲਿਖਵਾ ਦਿੱਤੇ ਹੈ। ਮਨ ਬਾਛਤ ਬਾਰ ਦੀਨ ਸਭਿਨ ਕੋ। ਸਾਰਿਆਂ ਨੂੰ ਮਨ ਚਾਹੁੰਦੇ ਮਨ ਭਾਉਂਦੇ ਪਦਾਰਥ ਇੱਛਾਵਾਂ ਪੂਰਨ ਕੀਤੀਆਂ ਨੇ, ਵਰ ਦਿੱਤੇ ਹੈ। ਸਿੱਖਿਆ ਕਰੇ ਸ਼ਾਂਤੀ ਉਪਜਾਏ। ਤੋ ਮਹਾਰਾਜ ਨੇ ਖਾਲਸਾ ਜੀ ਇਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਇਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਪੈਦਾ ਹੋਈ ਹੈ। ਭ੍ਰਮ ਪਰ ਹਰਿਓ ਭਏ ਸਭ ਨਿਰਮਲ। ਉਹ ਭਰਮ ਜਿਹਾ ਹੰਕਾਰ ਮਿਟ ਗਿਆ ਵੀ ਸਾਡੇ ਕਰ ਕੀ ਗਿਆਨ ਹੈ। ਹੁਣ ਆਨੰਦ ਆਇਆ ਵੀ ਅਸਲੀ ਸ਼ਾਂਤੀ ਇਸ ਘਰ ਵਿੱਚ ਹੈ ਤੇ ਸਾਰੇ ਬੜੇ ਨਿਰਮਲ ਉਜਲ ਪਵਿੱਤਰ ਹੋ ਗਏ ਹੈ। ਸ਼੍ਰੀ ਗੁਰ ਜਸ ਤੇ ਇਹੋ ਫਲ ਪਾਏ। ਇਹਨਾਂ ਨੂੰ ਫਲ ਮਿਲਿਆ ਧੰਨ ਗੁਰੂ ਅਰਜਨ ਦੇਵ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵਡਿਆਈ ਦਾ। ਕੇਤੇਕ ਦਿਨ ਮੈਂ ਨਿਜ ਤਨ ਤਜ ਕੈ। ਤੋ ਕੁਝ ਕੁ ਦਿਨਾਂ ਇੱਥੇ ਰਹੇ ਅੰਮ੍ਰਿਤਸਰ ਸਾਹਿਬ, ਫਿਰ ਆਪਣੇ ਸਰੀਰ ਛੱਡ ਕਰਕੇ ਵੇਦ ਰੂਪ ਹੋਏ ਤਿਸ ਪਾਏ। ਇਹ ਫੇਰ ਉਸੇ ਰੂਪ ਭਾਵ ਵੇਦ ਦੇ ਸਰੂਪ ਵਿੱਚ ਹੀ 4 ਵੇਦਾਂ ਵਿੱਚ ਜਿਵੇਂ ਬਣੇ ਸੀ, ਇੱਕ ਵੇਦ ਤੋਂ 4 ਤੇ ਬ੍ਰਹਮਾ ਜੀ ਭਿੱਖਾ, ਉਹ 16 ਦੇ 4 ਵੇਦ ਬਣ ਗਏ ਤੇ ਭਿੱਖਾ ਬ੍ਰਹਮਾ ਜੀ ਵੀ ਬ੍ਰਹਮਪੁਰੀ ਨੂੰ ਚਲੇ ਗਏ ਹਨ। ਸਭ ਨੂੰ ਮਹਾਰਾਜ ਨੇ ਸਫਲਿਆਂ ਕੀਤਾ ਹੈ।
ਲਿਖੇ ਸਮਸਤ ਸਵਈਏ ਸੋ। ਤੋ ਮਹਾਰਾਜ ਨੇ ਜਿੰਨੇ ਸਵਈ 122 ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖ ਦਿੱਤੇ ਹੈ। ਸ਼੍ਰੀ ਗ੍ਰੰਥ ਸਾਹਿਬ ਕੇ ਮਾਹੇ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅੰਦਰ ਭਾਈ ਗੁਰਦਾਸ ਸਾਹਿਬ ਤੋਂ ਲਿਖਵਾ ਦਿੱਤੇ। ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ ਸੱਚਖੰਡ ਵਿਖੇ, ਜਿਹੜੇ ਤੁਸੀਂ ਆ ਟੈਲੀਵਿਜ਼ਨ 'ਤੇ ਵੀ ਵੇਖਦੇ ਹੋ, ਉੱਥੇ ਉੱਚੀ ਉੱਚੀ ਆਵਾਜ਼ ਵਿੱਚ ਸਵਈਏ ਪੜ੍ਹਦੇ ਆ ਨਾ, ਜਿਹੜੇ ਉਧਰੋਂ ਪ੍ਰਕਾਸ਼ ਹੋ ਰਿਹਾ ਹੁੰਦਾ, ਉਧਰੋਂ ਸਵਈਏ ਪੜ੍ਹਦੇ ਆ। ਉਹ ਸ਼ਹਿਰ ਵਾਲੇ ਹੀ ਹੁਣ ਪੜ੍ਹਦੇ ਆ, ਪਰ ਉਹ ਮਰਿਆਦਾ ਉਹ ਹੈ, ਉਹ ਭੱਟਾਂ ਨੇ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਜ਼ੂਰੀ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹ ਭੱਟਾਂ ਨੇ ਉਦੋਂ ਸਵਈਏ ਗਾਏ ਸੀ। ਉਦੋਂ ਤੋਂ ਲੈ ਕੇ ਮਰਿਆਦਾ ਬਣੀ ਆਉਂਦੀ ਹੈ। ਉਹ ਜਿਹੜੇ ਬਜ਼ੁਰਗ ਸ਼ਹਿਰ ਦੇ ਆ ਸਾਰੇ ਗੁਰਮੁਖ ਪਿਆਰੇ, ਉੱਚੀ ਆਵਾਜ਼ ਮਿੱਠੀ ਆਵਾਜ਼ ਵਿੱਚ ਫਿਰ ਉਹ ਸਵਈਏ ਗਾਉਂਦੇ ਆ, ਜਿਵੇਂ ਇਹਨਾਂ ਭੱਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ 'ਚ ਗਾਏ ਸੀ। ਤੋ ਇਸ ਤਰ੍ਹਾਂ ਉਹ ਮਰਿਆਦਾ ਉਸੇ ਤਰ੍ਹਾਂ ਹੀ ਤੁਰੀ ਆਉਂਦੀ। ਉਹ ਸਾਲ ਖਾਲਸਾ ਜੀ ਉਹ ਕੀਰਤੀ ਗਾਉਣ ਵਾਲੇ ਭੱਟ ਹਨ, ਜਿਹੜੇ ਹੁਣ ਵੀ ਉਹ ਸਵਈਏ ਗਾਉਂਦੇ ਆ ਨਾ। ਉਹ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਭਾਈ ਸੇਵਾ ਬਖਸ਼ੀ, ਉਹ ਬੜਾ ਆਨੰਦ ਮਾਣਦੇ, ਸੰਗਤਾਂ ਸੁਣ ਕੇ ਬੜੀ ਸੋਭਾ ਗਾਉਂਦੀਆਂ। ਤੋ ਉਹਨਾਂ ਭੱਟਾਂ ਨੂੰ ਅੱਜ ਵੀ ਵੇਖ ਲਓ, ਖਾਲਸਾ ਜੀ ਮਹਾਰਾਜ ਨੇ ਏਡੀ ਦਇਆ ਕੀਤੀ। ਹਰਿਮੰਦਰ ਸਾਹਿਬ ਵਿੱਚ ਰੋਜ਼ ਯਾਦ ਕੀਤਾ ਜਾਂਦਾ ਜਦੋਂ ਮਹਾਰਾਜ ਦੇ ਸਨਮੁਖ ਹੋ ਕਰਕੇ ਉਹ ਭੱਟ ਸਵਈਏ ਗਾਉਂਦੇ ਅਤੇ ਉੱਧਰੋਂ ਪ੍ਰਕਾਸ਼ ਹੋ ਰਿਹਾ ਹੁੰਦਾ ਹੈ। ਰਹੋ ਵਿਚਾਰ, ਸੱਚੇ ਪਾਤਸ਼ਾਹ ਜੀਆਂ ਨੇ ਇਸ ਤਰ੍ਹਾਂ ਇਹ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅੰਦਰ 122 ਸਵਈਏ ਇਹਨਾਂ ਭੱਟਾਂ 17 ਦੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸੋਭਾ ਵਿੱਚ ਜੋ ਗਾਏ ਲਿਖਵਾ ਦਿੱਤੇ ਹਨ। ਅੰਤ ਸਰਬ ਕੇ ਲੇਖ ਮੁੰਦਾਵਣੀ। ਉਸ ਤੋਂ ਬਾਅਦ ਸਾਰਿਆਂ ਤੋਂ ਪਿੱਛੋਂ ਸਾਧ ਸੰਗਤ ਜੀ ਕੁਝ ਵਾਰਾਂ ਤੇ ਵਧੇਕ, ਜਿਹੜੇ ਵਾਰਾਂ ਤੋਂ ਵਧੇਕ ਭਾਵ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਉਹਨਾਂ ਤੋਂ ਜਿਹੜੀ ਬਾਣੀ ਵਾਰਾਂ 22 ਤੋਂ ਵੱਧ ਗਈ ਸੀ ਨਾ, ਉਹਨਾਂ ਨੂੰ ਵਾਰਾਂ ਤੋਂ ਵਧੇਕ ਦੇ ਸਿਰਲੇਖ ਹੇਠ ਸਵਈਆਂ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਵਾਇਆ। ਤੋ ਜਿਨ੍ਹਾਂ ਨੂੰ ਸ਼ਲੋਕ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਸ਼ਲੋਕ ਮਹੱਲਾ ਪੰਜਵਾ ਰੱਤੇ ਸਹੀ ਜੇ ਮੁੱਖ ਨਾ ਮੁੜਨ, ਇੱਥੋਂ ਤੀਕਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ 22 ਵਾਰਾਂ ਤੋਂ ਵਧੀ ਹੋਈ ਬਾਣੀ ਨੂੰ ਵਾਰਾਂ ਤੇ ਵਧੇਕ ਸਿਰਲੇਖ ਹੇਠ ਲਿਖ ਦਿੱਤਾ। ਉਸ ਤੋਂ ਬਾਅਦ ਅੰਤ ਸਰਬ ਕੇ ਲਿਖ ਮੁੰਦਾਵਣੀ। ਮੁੰਦਾਵਣੀ ਜਿਹੜਾ ਹੈ, ਮੁੰਦਾਵਣੀ ਮਹੱਲਾ ਪੰਜਵਾ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਅੰਤਲੇ ਸਮੇਂ ਮੁੰਦਾਵਣੀ ਲਿਖ ਦਿੱਤੀ ਬਾਣੀ ਜੋ। ਮੁੰਦਰਤ ਮੋਹਰ ਲੱਗੀ ਜਾਨ ਵਾਹੇ। ਜਨ ਇਉਂ ਜਨ ਮਾਨੋ ਵੀ ਉਹ ਜਿਹੜੀ ਮੁੰਦਾਵਣੀ ਹੈ, ਮੁੰਦਾਵਣੀ ਜਿਹੜੀ ਸ਼ਬਦ ਹੈ, ਮੁੰਦਾਵਣੀ ਦਾ ਅਰਥ ਮੁੰਦ ਦੇਣਾ, ਬੰਦ ਕਰ ਦੇਣਾ। ਇਹ ਮਾਨੋ ਮੋਹਰ ਲੱਗ ਦਿੱਤੀ ਵੀ ਇੱਥੇ ਬਾਣੀ ਸੰਪੂਰਨ ਹੈ। ਭੋਗ ਸਕਲ ਬਾਣੀ ਕੋ ਪਾਇਆ। ਤੇ ਸਾਰੀ 52 ਗੁਰਬਾਣੀ ਦਾ ਭੋਗ ਮਹਾਰਾਜ ਨੇ ਪਾ ਦਿੱਤਾ, ਕਿਉਂਕਿ 9ਵੇਂ ਪਾਤਸ਼ਾਹ ਦੇ ਸ਼ਲੋਕ ਫਿਰ 9ਵੇਂ ਸਰੂਪ 'ਚ ਉਚਾਰੇ ਨਾ। 10ਵੇਂ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਵਾਲੀ ਬੀੜ 'ਤੇ ਚੜ੍ਹਾਏ ਸੀ। ਇਹ ਕਰਤਾਰਪੁਰ ਸਾਹਿਬ ਦੀ ਬੀੜ ਦੀ ਕਥਾ ਖਾਲਸਾ ਜੀ, ਜਿਹੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਲਿਖਵਾਈ ਹੈ ਸੀ। ਮੈਂ ਮਾਂਜੇ ਸੋ ਕੀ ਕਹੀ ਨਾ ਜਾਏ। ਜਿਸ ਗੁਰਬਾਣੀ ਦੀ ਮਹਿਮਾ ਕਵੀ ਜੀ ਕਹਿੰਦੇ ਆਖੀ ਨਹੀਂ ਜਾਂਦੀ ਹੈ। ਭਵ ਜਲ ਭੈਰਵ ਕੋ ਜਹਾਜ ਵੱਡ। ਇਸ ਭਿਆਨਕ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਬਾਣੀ ਜਹਾਜ਼ ਹੈ। ਪ੍ਰਭੂ ਕਿਰਪਾ ਤੇ ਪਾਰ ਪੁਰਾਏ। ਪ੍ਰਭੂ ਪਰਮੇਸ਼ਰ ਦੀ ਕਿਰਪਾ ਨਾਲ ਬੜੇ ਜੀਵ ਇਹਦੇ ਤੋਂ ਪਾਰ ਹੋ ਜਾਂਦੇ ਹਨ। ਇਹ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਲੱਗ ਕੇ। ਰਾਗ ਮਾਲ ਸ਼੍ਰੀ ਗੁਰ ਕੀ ਕ੍ਰਿਤ ਨਹਿ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਕਿ ਕੁਝ ਲੋਕ ਕਹਿੰਦੇ ਹੈ ਰਾਗਮਾਲਾ ਜਿਹੜੀ ਬਾਣੀ ਹੈ ਇਹ ਸਤਿਗੁਰਾਂ ਦੀ ਕ੍ਰਿਤ ਨਹੀਂ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਹੀਂ ਲਿਖੀ ਹੈ। ਮੁੰਦਾਵਣੀ ਲੱਗ ਗੁਰ ਬੈਨ। ਕੇਵਲ ਮੁੰਦਾਵਣੀ ਮਹੱਲਾ ਪੰਜਵਾ ਤੀਕਰ ਹੀ ਸਤਿਗੁਰਾਂ ਦੀ ਬਾਣੀ ਲਿਖੀ ਹੈ। ਇਸ ਮੈਂ ਨਹਿ ਸੰਸੈ ਕੁਛ ਕਰੀਐ। ਕਵੀ ਜੀ ਕਹਿੰਦੇ ਸਰੋਤਾ ਜਣੋ ਭਾਈ ਇਸ ਵਿੱਚ ਕੋਈ ਸੰਸਾ ਨਾ ਕਰੋ ਆਪ ਜੀ। ਜੇ ਸੰਸੈ ਅਵਲੋਕਾ ਨੈਨ। ਜੇ ਸੰਸਾ ਸ਼ੰਕਾ ਕੋਈ ਹੈ ਵੀ ਇਹ ਮਹਾਰਾਜ ਦੀ ਬਾਣੀ ਹੈ ਕਿ ਨਹੀਂ ਰਾਗਮਾਲਾ,
ਤੋ ਆਪਦੇ ਨੇਤਰਾਂ ਨਾਲ ਹੀ ਵੇਖਣਾ ਕਰੋ ਜੀ। ਮਾਧਵ ਨਾਲ ਆਲਮ ਕਾਵ ਕੀਨਸ, ਵੀ ਇਹ ਕੋਈ ਕਵੀ ਹੋਇਆ, ਮਾਧਵ ਨਾਲ ਆਲਮ ਕਵੀ ਜੋ ਹੈ ਉਸੇ ਦੀ ਬਣਾਈ ਰਾਗਮਾਲਾ ਹੈ। ਤਿਸ ਮਹਿ ਨ੍ਰਿਤਕਾਰੀ ਕਹਿ ਤੈਨ, ਜਿਸ ਰਾਗਮਾਲਾ ਦੇ ਵਿੱਚ ਨਿਰਤਕਾਰੀ ਦੇ ਬਚਨ ਮਾਧਵ ਨਾਲ ਕਵੀ ਨੇ ਕਹੇ ਸਨ। ਰਾਗ ਰਾਗਨੀ ਨਾਮ ਗਿਨੇ ਤਹਿ, ਤੇ ਜਿਸ ਵਿੱਚ ਰਾਗ ਤੇ ਰਾਗਣੀਆਂ ਦੇ ਨਾਮ ਗਿਣੇ ਗਏ ਉਸ ਕਵੀ ਵੱਲੋਂ। ਜਾਂ ਤੇ ਸ਼੍ਰੀ ਅਰਜਨ ਕ੍ਰਿਤ ਹੈ ਨਾ। ਇਸ ਕਰਕੇ ਕਵੀ ਜੀ ਕਹਿੰਦੇ, ਕੁਝ ਕਹਿੰਦੇ ਆ ਇਹ ਹਵਾਲਾ ਦੇ ਕੇ ਵੀ ਇਹ ਤਾਂ ਮਾਧਵ ਨਲ ਆਲਮ ਕਵੀ ਦੀ ਬਾਣੀ ਹੈ ਰਾਗਮਾਲਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕ੍ਰਿਤ ਨਹੀਂ ਹੈ। ਇਹ ਸੁਧ ਨਹੀਂ ਲਿਖੀ ਇਹ ਗੁਰ ਨੇ, ਪਰ ਕਵੀ ਜੀ ਮਗਰ ਆਪਦਾ ਨਿਰਣਾ ਦੇ ਰਹੇ, ਕਹਿੰਦੇ ਭਾਈ ਸਾਨੂੰ ਇਹ ਸੁਧ ਨਹੀਂ, ਸਾਨੂੰ ਇਸ ਗੱਲ ਦੀ ਖਬਰ ਨਹੀਂ ਵੀ ਇਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖੀ ਹੈ। ਏਧਾਂ ਸਿੱਖ ਕਾਹੂ ਲਿਖ ਦੀਨ, ਕਿ ਇਹ ਜਿਹੜੀ ਵੈ ਰਾਗਮਾਲਾ ਕਿਸੇ ਸਿੱਖ ਨੇ ਲਿਖ ਦਿੱਤੀ। ਭਾਵ ਕਵੀ ਜੀ ਆਪ ਇਸ ਗੱਲ ਤੋਂ ਪਰੇ ਹੁੰਦੇ ਆ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਭਾਈ, ਖਬਰ ਨਹੀਂ। ਅਸੀਂ ਨਹੀਂ ਪੱਕਾ ਕਹਿੰਦੇ ਵੀ ਮਹਾਰਾਜ ਦੀ ਬਾਣੀ ਹੈ, ਪਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇਹ ਮਹਾਰਾਜ ਦੀ ਸਤਿਗੁਰਾਂ ਦੀ ਬਾਣੀ ਨਹੀਂ ਹੈ। ਤੋ ਖਾਲਸਾ ਜੀ, ਇੱਥੇ ਚਾਹੇ ਇਹ ਗੱਲ ਸੰਗਤ ਵਿੱਚ ਕਰਨ ਵਾਲੀ ਨਹੀਂ, ਪਰ ਇਹ ਕਥਾ ਰਿਕਾਰਡ ਹੋ ਰਹੀ ਕਰਕੇ ਇਹ ਨਿਰਣਾ ਕੀਤਾ ਜਾਵੇਗਾ। ਰਾਗਮਾਲਾ ਬਾਣੀ ਹੈ ਸਤਿਗੁਰਾਂ ਦੀ ਕਿ ਨਹੀਂ, ਕਿਉਂਕਿ ਸਧਾਰਨ ਸੰਗਤਾਂ ਦੇ ਵਿੱਚ ਭੇਦ ਖੋਲ੍ਹਣ ਵਾਲੇ ਨਹੀਂ, ਪਰ ਉਹ ਕਥਾ ਰਿਕਾਰਡ ਹੁੰਦੀ ਕਰਕੇ ਚਲੋ ਕੱਲ੍ਹ ਨੂੰ ਸਿੰਘ ਸੁਣ ਕੇ ਲਾਹਾ ਪ੍ਰਾਪਤ ਕਰ ਸਕਣ। ਸਾਧ ਸੰਗਤ ਜੀ, ਇਹ ਪੰਥ ਵਿੱਚ ਸਮੇਂ-ਸਮੇਂ ਇਸ ਗੱਲ ਦੇ ਰੌਲੇ ਪੈਂਦੇ ਰਹੇ ਕਿ ਰਾਗਮਾਲਾ ਸਤਿਗੁਰਾਂ ਦੀ ਬਾਣੀ ਨਹੀਂ। ਮੁੰਦਾਵਣੀ ਤੋਂ ਬਾਅਦ ਸਤਿਗੁਰਾਂ ਨੇ ਸਰੂਪ ਦੀ ਲਿਖਾਈ ਬੰਦ ਕਰ ਦਿੱਤੀ ਸੀ, ਪੂਰਾ ਕਰ ਦਿੱਤਾ ਸੀ। ਤੋ ਜਿਹਦੇ ਵਿੱਚ ਸਾਧ ਸੰਗਤ ਜੀ ਸਾਰਿਆਂ ਤੋਂ ਪਹਿਲਾਂ ਜਦੋਂ ਕਵੀ ਸੰਤੋਖ ਸਿੰਘ ਸਾਹਿਬ ਜੀ ਹੋਏ ਆ ਨਾ, ਜਿਸ ਸੰਮਤ ਸਨ ਵਿੱਚ, ਉਸ ਸਮੇਂ ਖਾਲਸਾ ਜੀ ਇੱਕ ਗਿਆਨੀ ਸੋਭਾ ਸਿੰਘ ਹੋਏ ਆ ਦਿੱਲੀ ਵਾਲੇ। ਇਹ ਜਿਹੜੇ ਗਿਆਨੀ ਸੋਭਾ ਸਿੰਘ ਸੀ ਦਿੱਲੀ ਵਾਲੇ, ਕਹਿੰਦੇ ਆ ਵੀ ਇਹ ਇੱਥੇ ਹਰਿਮੰਦਰ ਸਾਹਿਬ ਕਥਾ ਵੀ ਕਰਦੇ ਰਹੇ ਹੈ, ਗੁਰਬਿਲਾਸ ਪਾਤਸ਼ਾਹੀ 6ਵੀਂ ਦੀ। ਤੋ ਇਹ ਗਿਆਨੀ ਜਿਹੜੇ ਸੋਭਾ ਸਿੰਘ ਦਿੱਲੀ ਵਾਲੇ ਹੈ, ਇਹਨਾਂ ਦਾ ਦੱਸਦੇ ਕੋਈ ਘਰੇਲੂ ਝਗੜਾ ਹੈ ਸੀ ਜਿਹੜਾ ਨਿਬੜਦਾ ਨਹੀਂ ਸੀ। ਅੰਗਰੇਜ਼ਾਂ ਦਾ ਦਬਦਬਾ ਪੰਜਾਬ ਵਿੱਚ ਉਹਨਾਂ ਸਮਿਆਂ ਵਿੱਚ ਵੱਧ ਰਿਹਾ ਸੀ, ਤੇ ਇਹ ਈਸਾਈਆਂ ਅੰਗਰੇਜ਼ਾਂ ਨੇ ਇਹਦਾ ਉਹ ਘਰੇਲੂ ਰਗੜਾ ਜਿਹੜਾ ਸੀ ਉਹ ਨਿਪਟਾਰਾ ਕਰਵਾਇਆ ਸੀ, ਜਿਹਦੇ ਖਿਵਜ ਵਜੋਂ ਭਰਪਾਈ ਵਜੋਂ ਇਹ ਸੋਭਾ ਸਿੰਘ ਨੇ ਖਾਲਸਾ ਜੀ ਗਿਆਨੀ ਦਿੱਲੀ ਵਾਲੇ ਨੇ ਇੱਕ ਸਰੂਪ ਲਿਖਿਆ ਸੀ, ਹੱਥ ਲਿਖਤ, ਜਿੱਥੋਂ ਰੌਲਾ ਰਾਗਮਾਲਾ ਦਾ ਆਰੰਭ ਹੁੰਦਾ। ਇਹ ਸੋਭਾ ਸਿੰਘ ਗਿਆਨੀ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦਾ ਹੱਥੀ ਸਰੂਪ ਲਿਖ ਕੇ ਲਿਆਇਆ ਅਕਾਲ ਤਖਤ ਸਾਹਿਬ ਦੇ ਪਾਵਨ ਸਥਾਨ 'ਤੇ, ਉਹਦੇ ਵਿੱਚ ਇਹਨੇ ਰਾਗਮਾਲਾ ਨਹੀਂ ਲਿਖੀ ਸੀ। ਮੁੰਦਾਵਣੀ ਜਾਂ ਤੇਰਾ ਕੀਤਾ ਜਾਤੋ ਨਾਹੀਂ ਤੀਕਰੇ ਸ਼ਬਦ ਲਿਖ ਕੇ ਇਹਨੇ ਰਾਗਮਾਲਾ ਨਾ ਲਿਖੀ। ਬੇਨਤੀ ਕੀਤੀ ਵੀ ਇਹ ਮੇਰਾ ਸੇਵਾ ਜੋ ਹੈ ਇਹ ਲੇਖੇ ਲਾਈ ਜਾਵੇ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਇਹ ਪੰਥ ਅਤੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਵਾਨ ਕੀਤਾ ਜਾਵੇ। ਜਿਵੇਂ ਜਦੋਂ ਵਿਚਾਰ ਹੋਈ ਉੱਥੇ ਪੜ੍ਹਿਆ ਗਿਆ, ਖਾਲਸਾ ਜੀ ਉਹਦਾ ਨਿਰੀਖਣ ਕੀਤਾ ਅਤੇ ਉਹਦੇ ਵਿੱਚ ਰਾਗਮਾਲਾ ਹੈ ਨਾ। ਉੱਥੋਂ ਦੀਆਂ ਸੰਗਤਾਂ ਅੰਮ੍ਰਿਤਸਰ ਸਾਹਿਬ ਵਿੱਚ ਇਕੱਠ ਹੋਏ। ਇਹ ਕਵੀ ਸੰਤੋਖ ਸਿੰਘ, ਜਦੋਂ ਇਹ ਗ੍ਰੰਥ ਇਹ ਗੁਰਪ੍ਰਤਾਪ ਸੂਰਜ ਲਿਖਿਆ ਗਿਆ ਉਦੋਂ ਦੀ ਘਟਨਾ ਹੈ। ਉੱਥੇ ਫਿਰ ਖਾਲਸਾ ਜੀ ਬਹੁਤ ਕਾਫੀ ਧੜੇ ਬਣੇ, ਕਿਉਂਕਿ ਸੋਭਾ ਸਿੰਘ ਇਹ ਦਾਅਵਾ ਕਰਦਾ ਸੀ ਵੀ ਇਹ ਪਾਤਸ਼ਾਹ ਦੀ ਬਾਣੀ ਨਹੀਂ ਹੈ। ਜਦੋਂ ਇਹਨੇ ਐਸਾ ਕੁਫਰ ਤੋਲਿਆ, ਕਥਾ ਵਿੱਚ ਵੀ ਸਪਸ਼ਟ ਹੀ ਕਹਿ ਦਿੱਤਾ ਵੀ ਰਾਗਮਾਲਾ ਸਤਿਗੁਰਾਂ ਦੀ ਬਾਣੀ ਨਹੀਂ। ਸੰਗਤਾਂ ਵਿੱਚ ਬਹੁਤ ਰੋਸ ਪੈਦਾ ਹੋਇਆ। ਉੱਥੇ ਫਿਰ ਖਾਲਸਾ ਜੀ ਜਿੰਨੀ ਸੰਗਤ ਸੀ, ਕਿਉਂਕਿ ਪੰਥ ਵਿੱਚ ਕੋਈ ਸ਼ੰਕਾ ਨਹੀਂ ਰਾਗਮਾਲਾ ਬਾਬਤ, ਸਾਰਾ ਪੰਥ ਇਹਨੂੰ ਬਾਣੀ ਮੰਨਦਾ ਹੈ, ਪਰ ਇਹਦੇ ਇਸ ਕੁਫਰ ਤੋਲਣ 'ਤੇ ਸੰਗਤਾਂ ਨੇ ਬੜਾ ਰੋਸ ਮਨਾਇਆ।
ਕੁਝ ਕੁ ਇਹਨੇ ਪ੍ਰਮਾਣ ਸਾਹਮਣੇ ਰੱਖ ਦਿੱਤੇ, ਜਿਵੇਂ ਉਹ ਪ੍ਰਮਾਣ ਸਾਹਮਣੇ ਰੱਖਣ ਕਰਕੇ ਸੰਗਤਾਂ ਭੋਲੀਆਂ। ਪਰ ਪੰਥ ਦੇ ਵਿੱਚ ਇਸ ਦਿਨ ਬੜਾ ਰੋਸ ਸੀਗਾ, ਬੜਾ ਮਨ ਵਿੱਚ ਵੀ ਕੀ ਕੀਤਾ ਜਾਵੇ। ਦੁਬਿਧਾ ਬਹੁਤ ਵੱਡੀ ਪਾ ਦਿੱਤੀ ਇਸ ਨੇ ਲਿਆਣ ਕੇ, ਕਿਉਂਕਿ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਜਿਹੜੇ ਹੈ, ਇਹਨਾਂ ਦੇ ਕੋਲ ਇੱਕ ਸਰੂਪ ਸੀ, ਇਹਨਾਂ ਦੇ ਪੁਰਖਿਆਂ ਕੋਲ ਉਹਨਾਂ ਸਮਿਆਂ 'ਚ। ਉਸ ਤੋਂ ਬਾਅਦ ਕਹਿੰਦੇ ਆ ਕਿ ਇਹ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਦੀ ਕਰਤਾਰਪੁਰ ਸਾਹਿਬ ਵਾਲੀ ਬੀੜ ਤੋਂ ਇਹਦਾ ਉਤਾਰਾ ਕੀਤਾ ਹੈ, ਪਰ ਉਹਦੇ ਵਿੱਚ ਰਾਗਮਾਲਾ ਹੈ ਨਹੀਂ ਸੀ। ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਹੈ ਆ। ਕਹਿੰਦੇ ਵੀ ਕਰਤਾਰਪੁਰ ਸਾਹਿਬ ਵਾਲੀ ਬੀੜ 'ਚ ਰਾਗਮਾਲਾ ਬਾਅਦ ਵਿੱਚ ਲਿਖੀ ਗਈ ਹੈ। ਇਹ ਗਿਆਨੀ ਸੋਭਾ ਸਿੰਘ ਕਹਿੰਦਾ ਸੀ। ਆਹ ਵੇਖੋ ਜੀ, ਇਹ ਸਰੂਪ ਜਿਹੜਾ ਕਰਤਾਰਪੁਰ ਸਾਹਿਬ ਵਾਲੀ ਬੀੜ ਤੋਂ ਜਿਹਦਾ ਲੱਥਾ ਹੋਇਆ, ਇਹਦੇ ਵਿੱਚ ਰਾਗਮਾਲਾ ਨਹੀਂ। ਜਦੋਂ ਸਾਧ ਸੰਗਤ ਜੀ ਐਸੇ ਰੌਲੇ ਇੱਥੇ ਅਕਾਲ ਤਖਤ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਇਹ ਦੁਬਿਧਾ ਬਣੀ, ਫਿਰ ਪੰਥ ਸਾਰੇ ਦੇ ਵਿੱਚ ਦੁਬਿਧਾ ਪੈ ਗਈ, ਰਾਗਮਾਲਾ ਪੜ੍ਹੀ ਜਾਵੇ ਕਿ ਨਾ। ਉੱਥੇ ਫਿਰ ਸਾਰੀਆਂ ਸੰਗਤਾਂ ਦੇ ਪੰਥ ਨੇ ਅਰਦਾਸ ਕੀਤੀ, ਹੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ, ਵੀ ਪੰਥ ਵਿੱਚ ਦੁਬਿਧਾ ਚੰਗੀ ਨਹੀਂ। ਮਹਾਰਾਜ ਜੀ ਇਸ ਗੱਲ ਦਾ ਨਿਰਣਾ ਹੁਣ ਆਪ ਕਰੋ। ਸਤਿਗੁਰੂ ਜੇ ਤਾਂ ਰਾਗਮਾਲਾ ਬਾਣੀ ਨਹੀਂ, ਸਿੱਖ ਨਹੀਂ ਪੜ੍ਹਿਆ ਕਰਨਗੇ। ਸੋਭਾ ਸਿੰਘ ਕਹਿੰਦਾ ਰਾਗਮਾਲਾ ਆਪ ਜੀ ਦੀ ਲਿਖੀ ਬਾਣੀ ਨਹੀਂ, ਕਵੀਆਂ ਦੀ ਬਾਣੀ ਹੈ, ਮਾਧਵ ਨਲ ਆਲਮ ਕਵੀ ਦੀ। ਜੇ ਮਹਾਰਾਜ ਇਹ ਝੂਠ ਬੋਲਦਾ ਤੇ ਇੱਕ ਹਫ਼ਤੇ 7 ਦਿਨਾਂ ਦੇ ਵਿੱਚ ਮਹਾਰਾਜ ਜੇ ਰਾਗਮਾਲਾ ਬਾਣੀ ਹੈ ਤੇ ਸੋਭਾ ਸਿੰਘ ਝੂਠ ਬੋਲਦਾ, ਕੁਫਰ ਤੋਲਦਾ, ਮਹਾਰਾਜ ਨੂੰ ਰੰਗ ਵਿਖਾਓ ਹਫ਼ਤੇ ਦੇ ਵਿੱਚ 7 ਦਿਨਾਂ 'ਚ। ਜੇ ਮਹਾਰਾਜ ਸੋਭਾ ਸਿੰਘ ਨੂੰ ਕੋਈ ਨਾ ਕੁਝ ਆਪ ਦੀਆਂ ਕੋਈ ਕਲਾ ਵਿਖਾਈ ਤੇ ਪੰਥ ਸਾਰਾ ਰਾਗਮਾਲਾ ਬਾਣੀ ਨਹੀਂ ਪੜ੍ਹਿਆ ਕਰੇਗਾ। ਖਾਲਸਾ ਜੀ ਸਮਾਂ 7 ਦਿਨਾਂ ਦੇ ਵਿੱਚ ਆਇਆ। ਸੋਭਾ ਸਿੰਘ ਦੀ ਜ਼ੁਬਾਨ ਸੁੱਜ ਗਈ, ਇਹਦੀ ਜ਼ੁਬਾਨ ਵਿੱਚ ਕੀੜੇ ਪਏ, ਇਹ ਸੋਭਾ ਸਿੰਘ ਦੇ, ਦਿੱਲੀ ਵਾਲੇ ਗਿਆਨੀ ਦੇ। ਫਿਰ ਇਹਨੂੰ ਗਿਆਨ ਹੋਇਆ ਵੀ ਹੋਈ ਤਾਂ ਬਹੁਤ ਵੱਡੀ ਭੁੱਲ ਹੈ। ਫਿਰ ਸੋਭਾ ਸਿੰਘ ਗਿਆਨੀ ਨੇ ਖਾਲਸਾ ਜੀ ਪੰਥ ਤੋਂ ਲਿਖਤੀ ਮਾਫੀ ਮੰਗੀ ਸੀ। ਉਹ ਲਿਖਤੀ ਮਾਫੀ, ਇਹਦਾ ਪੱਤਰ ਪੰਥ ਨੇ ਪ੍ਰਵਾਨ ਕੀਤਾ, ਚਲੋ ਉਹਨੂੰ ਬਖਸ਼ਿਆ। ਔਰ ਸਰੀਰ ਕਰਕੇ ਤਾਂ ਕੁਝ ਦਿਨਾਂ ਬਾਅਦ ਚੜ੍ਹਾਈ ਕਰ ਗਿਆ ਸੀ। ਇਹਦੀ ਲਿਖੀ ਹੋਈ ਹੱਥ ਲਿਖਤ ਚਿੱਠੀ ਜਿਹੜੀ ਸੀ, ਜਿਹਦੇ 'ਚ ਇਹਦਾ ਮਾਫੀਨਾਮਾ, ਉਹ ਖਾਲਸਾ ਜੀ ਗੁਰੂ ਰਾਮਦਾਸ ਮਹਾਰਾਜ ਦੀ ਲਾਇਬ੍ਰੇਰੀ ਵਿੱਚ ਬਹੁਤ ਸਮਾਂ ਰਿਹਾ। ਜਦੋਂ ਅਕਾਲੀ ਲਹਿਰ ਚੱਲੀ ਉਦੋਂ ਬਾਅਦ ਉਹ ਪੰਥ ਕੋਲ ਚਿੱਠੀ ਨਹੀਂ ਹੈ। ਉਹਦਾ ਕਾਰਨ ਇਹ ਹੁੰਦਾ ਵੀ ਸਮੇਂ-ਸਮੇਂ ਜਿਹੜੇ ਪੰਥ ਵਿਰੋਧੀ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਆਣ ਸ਼ਾਨ ਬਾਣ ਚੰਗੀ ਨਹੀਂ ਲੱਗਦੀ, ਉਹ ਇਹੋ ਜਿਹੀਆਂ ਘਟਨਾਵਾਂ ਦੇ ਜਿਹੜੇ ਸਬੂਤ ਉਹ ਪਿੱਛੇ ਕਰਕੇ ਸਮੇਂ ਬਾਅਦ ਫਿਰ ਰੌਲਾ ਪਾਉਣ, ਤਾਂ ਕਿ ਫਿਰ ਰੌਲਾ ਪਾਈਏ। ਉਹ ਚਿੱਠੀ ਅਕਾਲੀ ਲਹਿਰ ਵੇਲੇ ਖਾਲਸਾ ਜੀ ਗੁੰਮ ਹੋਈ। ਫਿਰ ਸਾਧ ਸੰਗਤ ਜੀ ਇੱਕ ਤੇਜਾ ਸਿੰਘ ਪਸੌੜੀਆ ਹੋਇਆ। ਇਹ ਆ ਗੱਡੀ ਦੀ ਲਾਈਨ 'ਤੇ ਜਿਹੜੇ ਠੇਲੇ ਜਿਹੇ ਚਲਾਉਂਦੇ ਆ, ਇਹ ਕਿੱਲੀਆਂ ਠੋਕਦਾ ਹੁੰਦਾ ਸੀ। ਅੰਗਰੇਜ਼ਾਂ ਨੇ ਚੁੱਕ, ਇਹ ਗਿਆਨੀ ਸੋਭਾ ਸਿੰਘ ਤੋਂ ਕਵੀ ਸੰਤੋਖ ਸਿੰਘ ਤੇ ਸੋਭਾ ਸਿੰਘ ਤਾਂ ਸਮਕਾਲੀ ਸਨ, ਇਹ ਬਾਅਦ ਵਿੱਚ ਹੋਇਆ। ਤੇਜਾ ਸਿੰਘ ਪਸੌੜ, ਬਾਬੂ ਤੇਜਾ ਸਿੰਘ ਕਹਿੰਦੇ ਸੀ ਇਹਨੂੰ। ਉਹ ਅੰਗਰੇਜ਼ਾਂ ਨੇ ਚੁੱਕ ਕੇ, ਖਾਲਸਾ ਜੀ ਚਾਪਲੂਸ ਸੀਗਾ ਤੇ ਇਹਦਾ ਪ੍ਰਚਾਰ ਕੀਤਾ ਜੀ, ਬੜਾ ਵੱਡਾ ਗਿਆਨੀ ਹੈ ਜੀ, ਕੁਝ ਸਿੱਖੀ ਪੜ੍ਹਾਈ ਪੜ੍ਹਾ ਦਿੱਤੀ। ਇਹਨੂੰ ਇੱਕ ਆਸ਼ਰਮ ਵੀ ਬਣਾ ਕੇ ਦਿੱਤਾ, ਕੰਨਿਆਂ ਦੇ ਨਾਂ ਦੀ ਸੰਸਥਾ, ਵੀ ਕੇਸਕੀ ਵਾਲੀ ਜਿਹਦੇ ਸੀਸ ਤੇ ਕੇਸਕੀ ਅੰਮ੍ਰਿਤ ਛਕਿਆ ਹੈ ਉਹੀ ਉਸ ਦੇ ਨਾਲ ਜੁੜ ਸਕਦੇ ਆ। ਇਹਨੂੰ ਸੰਸਥਾ ਇਹਦੀ ਜੀ ਬੜੀ ਵੱਡੀ ਖੜੀ ਕਰ ਦਿੱਤੀ ਅੰਗਰੇਜ਼ਾਂ, ਬੜਾ ਇਹਦਾ ਪ੍ਰਚਾਰ ਕਰਵਾਇਆ, ਇਹਦੀ ਬੜੀ ਪ੍ਰਸਿੱਧੀ ਹੋਈ ਪੰਥ ਵਿੱਚ ਤੇਜਾ ਸਿੰਘ ਪਸੌੜ ਦੀ। ਉਸ ਤੋਂ ਬਾਅਦ ਖਾਲਸਾ ਜੀ ਜਾਂ ਸੋਭਾ ਸਿੰਘ ਨੇ ਕੀਤਾ, ਉਦੋਂ ਬਾਅਦ ਦਾਵਾ ਇਸ ਗੱਲ ਦਾ ਤੇਜਾ ਸਿੰਘ ਪਸੌੜ ਨੇ ਕੀਤਾ ਸੀ ਵੀ ਰਾਗਮਾਲਾ ਮਹਾਰਾਜ ਦੀ ਬਾਣੀ ਨਹੀਂ। ਇਹਦਾ ਪ੍ਰਤਾਪ, ਕਿਉਂਕਿ ਅੰਗਰੇਜ਼ਾਂ ਨੇ ਅੱਜ ਵੀ ਹੈ ਹੀ ਆ ਨਾ, ਉਹ ਕਈਆਂ ਦੀ ਮਸ਼ਹੂਰੀ ਇੰਨੀ ਸਰਕਾਰ ਕਰਦੀ ਹੈ ਵੀ ਵੇਖਣ ਨੂੰ ਲੱਗਦਾ ਜੀ ਬੜੇ ਪੰਥਕ ਨੇ ਜੀ, ਬੜੇ ਦਰਦ ਰੱਖਣ ਵਾਲੇ ਪੰਥ ਦਾ। ਜਦੋਂ ਸਾਧ ਸੰਗਤ ਜੀ ਦਾ ਬੜਾ ਕਾਫੀ ਇਹਦਾ ਦਬਦਬਾ ਬਣਾਇਆ, ਬੜਾ ਵੱਡਾ ਜੀ ਗਿਆਨੀ, ਬੜਾ ਵਿਦਵਾਨ ਬਣਾਇਆ, ਤੇ ਅੰਗਰੇਜ਼ਾਂ ਦਾ ਹੈ ਪਿੱਠੂ ਸੀ। ਭਾਈ ਰਣਧੀਰ ਸਿੰਘ ਜੀ ਹੋਏ ਅਖੰਡ ਕੀਰਤਨੀ ਜਥੇ ਵਾਲੇ, ਇਹਨਾਂ ਕੋਲ ਬਹੁਤ ਜਾਂਦੇ ਸੀ। ਉਹ ਗੱਲਾਂ 'ਚ ਭਾਈ ਰਣਧੀਰ ਸਿੰਘ ਨੂੰ ਇਹ ਤੇਜਾ ਸਿੰਘ ਪਸੌੜ ਲੈ ਆਇਆ। ਭਾਈ ਰਣਧੀਰ ਸਿੰਘ ਤੋਂ ਵੀ ਕਹਾਇਆ ਇਹਨਾਂ ਵੀ ਰਾਗਮਾਲਾ ਬਾਣੀ ਦੀ, ਤਦ ਹੀ ਅਖੰਡ ਕੀਰਤਨੀ ਜਥੇ ਵਾਲੇ ਵੀ ਰਾਗਮਾਲਾ ਨੂੰ ਬਾਣੀ ਨਹੀਂ ਮੰਨਦੇ। ਅੱਛਾ, ਜਦੋਂ ਭਾਈ ਰਣਧੀਰ ਸਿੰਘ ਨੇ ਇਹ ਗੱਲ ਕਹਿ ਦਿੱਤੀ ਤੇ ਦੁਬਿਧਾ ਵਧਣੀ ਸ਼ੁਰੂ ਹੋ ਗਈ, ਕਿਉਂਕਿ ਭਾਈ ਰਣਧੀਰ ਸਿੰਘ ਵੀ ਬੜੇ ਗੁਰਮੁਖ ਪਿਆਰੇ ਖਾਲਸਾ ਜੀ, ਬੜੇ ਭਜਨ ਬੰਦਗੀ ਵਾਲੇ ਸਾਧੂ ਹੋਏ ਹੈ। ਜਦੋਂ ਇਹਨਾਂ ਨੇ
ਕੁਝ ਸਮਾਂ ਹੋਰ ਪਿਆ ਤੇ ਇਹ ਜਿਹੜਾ ਤੇਜਾ ਸਿੰਘ ਭਸੌੜ ਖਾਲਸਾ ਜੀ, ਉਹ ਟੁੱਟੇ ਛਿੱਤਰ ਵਾਂਗੂ ਵਧਣ ਲੱਗਿਆ। ਕਹਿੰਦਾ ਜੀ ਜਿਹੜੀ ਭਗਤਾਂ ਦੀ ਬਾਣੀ ਉਹ ਵੀ ਅਸੀਂ ਇਕੱਲੇ ਗੁਰੂ ਦੀ ਬਾਣੀ ਨੂੰ ਮੰਨਦੇ ਹਾਂ, ਭਗਤਾਂ ਦੀ ਬਾਣੀ ਕੱਢੀ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ। ਇਹ ਭਾਈ ਰਣਧੀਰ ਸਿੰਘ ਨੂੰ ਜਦੋਂ ਪਤਾ ਲੱਗਿਆ, ਭਾਈ ਰਣਧੀਰ ਸਿੰਘ ਜੀ ਮਿਲੇ, ਕਹਿੰਦੇ ਹੋਰ ਵੀ ਦੱਸੋ ਤੇਰੇ ਮਨ 'ਚ ਕੀ ਆ? ਵੀ ਅਸੀਂ ਤਾਂ ਤੈਨੂੰ ਬੜਾ ਮਿੱਤਰ ਪਿਆਰਾ ਮੰਨਦੇ ਸਾਂ, ਤੂੰ ਕਹਿੰਦਾ ਰਾਗਮਾਲਾ ਬਾਣੀ ਨਹੀਂ ਅਸੀਂ ਬਚਨ ਮੰਨਿਆ, ਹੋਰ ਕੀ ਤੇਰੇ ਮਨ ਵਿੱਚ ਹੈ? ਕਹਿੰਦਾ ਜੀ ਜਿੱਥੇ ਜਿੱਥੇ ਗੁਰਬਾਣੀ ਵਿੱਚ ਰਾਮ ਰਾਮ ਲਿਖਿਆ ਜਾਂ ਕੋਈ ਅੱਲਾ ਲਿਖਿਆ, ਉੱਥੇ ਕੱਢ ਕੇ ਵਾਹਿਗੁਰੂ ਲਿਖਣਾ। ਤੌਬਾ ਤੌਬਾ। ਭਾਈ ਰਣਧੀਰ ਸਿੰਘ ਦੀਆਂ ਕੰਨਾਂ ਨੂੰ ਹੱਥ ਲਾਏ। ਤਾਂ ਇਸ ਤਰ੍ਹਾਂ ਖਾਲਸਾ ਜੀ ਤੇਜਾ ਸਿੰਘ ਭਸੌੜ ਨੇ ਇਹ ਉਸ ਤੋਂ ਬਾਅਦ ਦੁਬਿਧਾ ਪਾਈ। ਇਹ ਵੀ ਦੱਸਦੇ ਆ ਪੁਰਾਣੇ ਗੁਰਮੁਖ ਵੀ ਕੀੜੇ ਪੈ ਕੇ ਮਰਿਆ ਸੀ ਇਹ। ਚੰਦ ਲੋਕ ਹੈ ਖਾਲਸਾ ਜੀ, ਅੱਜ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਵੇਖੋਗੇ, ਉਹ ਉੱਥੇ ਤੁਹਾਨੂੰ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਪੰਥ ਵਿੱਚ ਦੁਬਿਧਾ ਨਹੀਂ ਰਾਗਮਾਲਾ ਦੀ ਬਾਬਤ ਫਿਰ ਬੇਨਤੀ ਕਰਾਂ, ਪੰਥ ਦੀ ਇੱਕੋ ਰਾਏ ਹੈ, ਰਾਗਮਾਲਾ ਸਤਿਗੁਰਾਂ ਦੀ ਬਾਣੀ ਹੈ। ਪਰ ਕੁਝ ਕੁ ਲੋਕ ਉਹ ਕਹਿੰਦੇ ਜੀ ਅਖੇ ਜੀ ਰਾਗਮਾਲਾ ਗੁਰੂ ਨਾਨਕ ਪਾਤਸ਼ਾਹ ਦੀ ਮੋਹਰਨੀ ਨਾਮ ਦੀ। ਖਾਲਸਾ ਜੀ ਇੱਕ ਘਟਨਾ ਦਾ ਬਿਆਨ ਕਰਾਂ, ਰਾਗਮਾਲਾ ਦਾ ਪ੍ਰਤਾਪ ਕੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੇਲੇ ਖਾਲਸਾ ਜੀ ਇਸੇ ਤਰ੍ਹਾਂ ਇੱਕ ਕੇਸਗੜ੍ਹ ਸਾਹਿਬ ਵਿਖੇ ਨਾ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਏ ਆ, ਇੱਥੋਂ ਦੇ ਕੀਰਤਨੀਏ ਸਿੰਘ ਸੀਗੇ, ਹਜ਼ੂਰੀ ਕੇਸਗੜ੍ਹ ਸਾਹਿਬ ਰਾਗੀ ਸਿੱਖ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਪੱਤਰ ਭੇਜਿਆ ਵੀ ਤੁਸੀਂ ਸਾਡੇ ਪਾਸ ਆਓ ਇੱਥੇ ਤੇ ਸਾਨੂੰ ਕੀਰਤਨ ਸੁਣਾਓ। ਉਹਨਾਂ ਆਖਿਆ ਵੀ ਨਹੀਂ ਰਾਜਨ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਤਖਤ ਦੇ ਕੀਰਤਨੀ ਆ, ਤੇਰੇ ਬੂਹੇ 'ਤੇ ਜਾ ਕੇ ਕੀਰਤਨ ਨਹੀਂ ਗਾਵਾਂਗੇ। ਜੇ ਸੁਣਨਾ ਹੈ ਨਾ ਕੀਰਤਨ ਤੇ ਇੱਥੇ ਕੇਸਗੜ੍ਹ ਸਾਹਿਬ ਆਉਣਾ ਪਊਗਾ। ਮਹਾਰਾਜਾ ਰਣਜੀਤ ਸਿੰਘ ਖਾਲਸਾ ਜੀ ਬੜੇ ਸੁਲਝੇ ਹੋਏ ਸੂਝਵਾਨ ਮਹਾਰਾਜਾ ਸਨ, ਇੱਥੇ ਕੇਸਗੜ੍ਹ ਸਾਹਿਬ ਆਏ। ਉਹਨਾਂ ਨੇ ਖਾਲਸਾ ਜੀ ਸਾਰੇ ਆਪਣੇ ਨਾਲ ਦੇ ਕੁਝ ਚੰਗੇ ਤਿਆਰ ਖਾਲਸੇ ਸਿੰਘ ਵੀ ਸਨ, ਉਹਨਾਂ ਸਮੇਤ ਮਿਲੇ। ਗਿਆਨੀ ਜੀ ਨੇ ਪ੍ਰੇਮ ਸਿੰਘ ਜੀ ਆਖਿਆ ਵੀ ਸਣ ਕੇਸੀ ਇਸ਼ਨਾਨ ਕਰਕੇ ਤੀਜੇ ਪਹਿਰ ਅੰਮ੍ਰਿਤ ਵੇਲੇ ਆ ਜਿਓ ਤੇ ਸੁਣੋ ਕੀਰਤਨ ਭਾਈ। ਅੱਛਾ, ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਜੀ ਨਾਲ ਦਿਆਂ ਸੰਗੀਆਂ ਦੇ ਨਾਲ ਸੰਗਤ ਨਾਲ ਇੱਥੇ ਕੇਸਗੜ੍ਹ ਸਾਹਿਬ ਪਹੁੰਚੇ, ਕੀਰਤਨ ਸੁਣਿਆ। ਤੋ ਖਾਲਸਾ ਜੀ ਉਸ ਕੀਰਤਨ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀਆਂ ਕੀਰਤਨ ਕੀਤਾ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ। ਮਹਾਰਾਜਾ ਰਣਜੀਤ ਸਿੰਘ ਜੀ ਸੁਣ ਰਹੇ ਸੀ, ਬਸੰਤ ਰਾਗ ਅੰਦਰ ਕੀਰਤਨ ਹੋਇਆ ਤੇ ਬੜੇ ਮਹਾਨ ਵਿਦਵਾਨ ਸਨ, ਧਨੀ ਸਨ ਵਿਦਿਆ ਰਾਗ ਵਿਦਿਆ ਦੇ ਬਾਬਾ ਪ੍ਰੇਮ ਸਿੰਘ। ਜਦੋਂ ਕੀਰਤਨ ਕੀਤਾ ਖਾਲਸਾ ਜੀ ਚੌਂਕੀ ਪੂਰੀ ਹੋਈ, ਅਰਦਾਸਾ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਆਪਣੇ ਨਾਲ ਦੇ ਸਿੰਘਾਂ ਸਮੇਤ ਉਸ ਕੇਸਗੜ੍ਹ ਸਾਹਿਬ ਦੇ ਦਰਬਾਰ 'ਚੋਂ ਬਾਹਰ ਨਿਕਲੇ, ਮਹਾਰਾਜਾ ਰਣਜੀਤ ਸਿੰਘ ਸਮੇਤ ਸਾਰਿਆਂ ਚਿੱਟੇ ਬਸਤਰ ਪਾਏ ਸੀ, ਬਾਹਰ ਨਿਕਲੇ ਤੇ ਬਸੰਤੀ ਰੰਗ ਦੇ ਬਸਤਰ ਸਨ ਇਹਨਾਂ ਦੇ। ਇਹ ਰਾਗ ਦਾ ਪ੍ਰਤਾਪ ਹੈ। ਅੱਛਾ, ਉਸ ਤੋਂ ਬਾਅਦ ਖਾਲਸਾ ਜੀ ਇੱਕ ਕੋਈ ਗਿਆਨੀ ਜਿਹੜਾ ਹੈ ਉਹ ਗੁਰਦਿੱਤ ਸਿੰਘ ਹੋਇਆ। ਉਹ ਕਹਿੰਦੇ ਆ ਕਿ ਜਰਨਲ ਸਕੱਤਰ ਹੈ ਕੋਈ ਕੇਂਦਰੀ ਸਿੰਘ ਸਭਾ ਦਾ। ਇਹਨੇ ਇੱਕ ਕਿਤਾਬ ਲਿਖ ਮਾਰੀ, ਇੱਧਰੋਂ ਉੱਧਰੋਂ ਐਵੇਂ ਹਵਾਲੇ ਦਿੱਤੇ ਅਖੇ ਜੀ ਦਮਦਮਾ ਸਾਹਿਬ ਵਾਲੇ ਸਰੂਪ ਵਿੱਚ ਵੀ ਰਾਗਮਾਲਾ ਨਹੀਂ ਹੈ, ਮੈਂ ਉੱਥੇ ਸਰੂਪ ਵੇਖਿਆ ਉਸ ਸਰੂਪ ਵਿੱਚ ਵੀ ਰਾਗਮਾਲਾ ਨਹੀਂ। ਬੜੇ ਹੀ ਇਹਨੇ ਹਵਾਲੇ ਐਵੇਂ ਨਾਲ ਫੋਟੋਆਂ ਛਾਪ ਕੇ ਵੀ ਰਾਗਮਾਲਾ ਹੈ ਨਹੀਂ ਜੀ, ਬਾਣੀ ਨਹੀਂ, ਇਹ ਸਰੂਪ ਵਿੱਚ ਨਹੀਂ, ਇੱਥੇ ਸਰੂਪ ਵੇਖਿਆ ਜੀ ਉਹਦੇ ਨਹੀਂ। ਤੋ ਸਾਧ ਸੰਗਤ ਜੀ ਰਾਗਮਾਲਾ ਬਾਣੀ ਹੈ ਜੇ ਨਹੀਂ, ਇਹਦੀ ਬਾਬਤ ਇਉਂ ਹੈ ਵੀ ਸ਼੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਖਾਲਸਾ ਜੀ ਆਪਣੇ ਜੀਵਨ ਵਿੱਚ 250 ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕੀਤੇ ਹੋਏ। ਉਹ ਕਹਿੰਦੇ ਇੱਕ ਵੀ ਸਰੂਪ 250 ਹੱਥ ਲਿਖਤ ਸਰੂਪ, ਕਿਉਂਕਿ ਪੁਰਾਤਨ ਉਤਾਰੇ ਹੁੰਦੇ ਸੀ ਨਾ, ਉਦੋਂ ਪ੍ਰੈਸਾਂ ਨਹੀਂ ਸਨ। 250 ਹੱਥ ਲਿਖਤ ਸਰੂਪਾਂ ਦੇ ਵਿੱਚੋਂ ਇੱਕ ਵੀ ਸਰੂਪ ਇਹੋ ਜਿਹਾ ਨਹੀਂ ਮਹਾਂਪੁਰਖ ਕਹਿੰਦੇ ਜਿਹਦੇ ਵਿੱਚ ਰਾਗਮਾਲਾ ਨਾ ਹੋਵੇ। ਉਸ ਤੋਂ ਬਾਅਦ ਸਾਧ ਸਿੰਘ ਜਦੋਂ ਗਿਆਨੀ ਗੁਰਦਿੱਤ ਸਿੰਘ ਜੀਆਂ ਪਿੱਛੇ ਜੇ ਕੋਈ ਕਿਤਾਬ ਲਿਖ ਮਾਰੀ, ਉਦੋਂ
ਇਹ ਕਿਤਾਬ ਕਿਤੇ ਗਿਆਨੀ ਮੋਹਨ ਸਿੰਘ ਜੀ, ਇਹ ਵਿਦਿਆਰਥੀ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਇੱਥੇ ਪਤਰਾਵਾਂ ਬਹੁਤ ਸਮਾਂ ਰਹਿ ਕੇ ਗਏ ਆ, ਸੇਵਾ ਕਰਾਈ। ਉਹ ਪੁਰਾਣਾ ਗੁਰੂ ਘਰ ਅੱਜ ਵੀ ਖੜਾ ਇੱਥੇ ਧੀਰੇ ਪੱਤਰੇ। ਉਹ ਗਿਆਨੀ ਮੋਹਨ ਸਿੰਘ ਜੀ ਜਿਹੜੇ ਮਹਾਂਪੁਰਖ ਹੈ, ਬੜੇ ਖਾਲਸਾ ਜੀ ਵਿਦਵਾਨ, ਉਹ ਪਿੱਛੇ ਜੇ ਕਿਤਾਬ ਉਹਨਾਂ ਦੇ ਹੱਥ ਲੱਗ ਗਈ। ਉਹਨਾਂ ਪੜ੍ਹ ਕੇ ਵੇਖੀ, ਉਹ ਕਿਸੇ ਸੰਜੜ ਨੇ ਪੜ੍ਹਾਈ ਵੀ, ਇਹ ਐਵੇਂ ਹੀ ਕਹਿੰਦਾ ਜੀ ਔਸ ਸਰੂਪ ਵਿੱਚ ਨਹੀਂ ਹੈ ਰਾਗਮਾਲਾ, ਔਸ ਸਰੂਪ ਵਿੱਚ ਰਾਗਮਾਲਾ ਨਹੀਂ, ਹਵਾਲੇ ਕਿਤਾਬ ਵਿੱਚ ਲਿਖ ਲਿਖ ਕੇ ਦੇਈ ਗਿਆ। ਅਤੇ ਬਾਬਾ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੇ ਫਿਰ ਸਿੰਘ ਸੱਦੇ। ਉਹ ਸਿੰਘਾਂ ਨੂੰ ਆਖਿਆ ਵੀ ਜਾਓ ਭਾਈ, ਇਸ ਗੱਲ ਦਾ ਨਿਰਣਾ ਕਰਨਾ ਚਾਹੀਦਾ। ਫਿਰ ਵਿਵਾਦ ਉਠਾਉਂਦੇ ਆ ਪੰਥ ਦੇ ਅੰਦਰ। ਤੋ ਗਿਆਨੀ ਹਰਭਜਨ ਸਿੰਘ ਜੀ ਖਾਲਸਾ ਜੀ ਢੁੱਡੀਕਿਆਂ ਵਾਲੇ ਮਹਾਂਪੁਰਖ, ਉਹਨਾਂ ਨੇ ਇਹ ਜ਼ਿਕਰ ਕੀਤਾ ਕਥਾ ਵਿੱਚ। ਫਿਰ ਸਾਰਾ ਕਹਿੰਦੇ ਉਹ ਇੱਕ ਜਥਾ ਬਣਾਇਆ ਸਰੂਪਾਂ ਦੇ ਸਾਰੀ ਤਫਤੀਸ਼ ਵਾਸਤੇ, ਜਿਹਦੇ ਵਿੱਚ ਗਿਆਨੀ ਹਰਭਜਨ ਸਿੰਘ ਜੀ ਢੁੱਡੀਕਿਆਂ ਵਾਲੇ ਵੀ ਸੀਗੇ। ਉਹ ਗਿਆਨੀ ਹਰਭਜਨ ਸਿੰਘ ਜੀ ਢੁੱਡੀਕਿਆਂ ਵਾਲਿਆਂ ਫਿਰ ਦੱਸਿਆ, ਕਹਿੰਦੇ ਵੀ 21 ਸਰੂਪਾਂ ਦੇ ਦਰਸ਼ਨ ਦਮਦਮਾ ਸਾਹਿਬ ਕੀਤੇ ਗੁਰੂ ਕਾਂਸ਼ੀ, ਉਹਨਾਂ ਸਾਰਿਆਂ ਵਿੱਚ ਰਾਗਮਾਲਾ ਹੈ ਸੀ। ਹਜ਼ੂਰ ਸਾਹਿਬ ਦੀ ਧਰਤੀ 'ਤੇ ਇਹ ਹੱਥ ਲਿਖਤ ਸਰੂਪਾਂ ਦੀ ਗੱਲ ਖਾਲਸਾ ਜੀ ਮੈਂ ਕਰਦਾ। ਦਮਦਮਾ ਸਾਹਿਬ ਦੀ ਧਰਤੀ 'ਤੇ 21 ਸਰੂਪ ਹੱਥ ਲਿਖਤ, ਜਿਨ੍ਹਾਂ ਵਿੱਚ ਰਾਗਮਾਲਾ ਹੈ। ਵੱਡੇ ਸਰੂਪ ਜਿਹੜੇ ਇੱਥੇ ਦਮਦਮਾ ਸਾਹਿਬ ਸਭ ਤੋਂ ਪੁਰਾਤਨ 10ਵੇਂ ਪਾਤਸ਼ਾਹ ਦਾ ਦੱਸਦੇ ਸਮੇਂ ਦੇ, ਉਹ ਜਿਹੜੇ ਮਹਾਰਾਜ ਨੇ ਲਿਖਵਾਏ, ਉਸ ਸਰੂਪ ਵਿੱਚ ਰਾਗਮਾਲਾ ਹੈ। ਹਜ਼ੂਰ ਸਾਹਿਬ ਖਾਲਸਾ ਜੀ ਕਰੀਬ 20-22 ਸਰੂਪ ਹੱਥ ਲਿਖਤ ਦੇ। ਫਿਰ ਇਸੇ ਜਥੇ ਦੀ ਗੱਲ ਕਰਦਾ, ਗਿਆਨੀ ਮੋਹਨ ਸਿੰਘ ਜੀ ਜਿਹੜਾ ਜਥਾ ਤੋਰਿਆ, ਵੀ ਵੇਖੋ ਵੀ ਸੱਚਮੁੱਚ ਇਹ ਕੀ ਕਹਿੰਦਾ। ਨਾਲ ਉਹ ਸਿੰਘ ਫੋਟੋਆਂ ਖਿੱਚਦੇ ਗਏ ਅਤੇ ਨਾਲ ਉਹ ਮੋਹਰਾ ਲਵਾ ਲੈਂਦੇ ਸੀ ਉੱਥੋਂ ਤਖਤ ਸਾਹਿਬ ਤੋਂ, ਵੀ ਹਾਂ ਅਸੀਂ ਇੰਨੇ ਸਰੂਪਾਂ ਦੇ ਦਰਸ਼ਨ ਕੀਤੇ, ਫਲਾਣੇ ਸਿੰਘ ਕੋਲ ਸਨ, ਰਾਗਮਾਲਾ ਹੈ, ਲਿਖਾ ਕੇ ਨਾਲ ਮੋਹਰ ਲਵਾ ਲੈਂਦੇ ਰਹੇ। ਅੱਛਾ, ਗਿਆਨੀ ਹਰਭਜਨ ਸਿੰਘ ਜੀ ਕਹਿੰਦੇ ਫਿਰ ਅਸੀਂ ਹਜ਼ੂਰ ਸਾਹਿਬ ਗਏ, ਉੱਥੇ 20-22 ਸਰੂਪਾਂ ਦੇ ਅਸੀਂ ਦਰਸ਼ਨ ਕੀਤੇ ਹੱਥ ਲਿਖਤ, ਜਿਨ੍ਹਾਂ ਵਿੱਚ ਰਾਗਮਾਲਾ ਹੈ। ਪਟਨਾ ਸਾਹਿਬ ਗਏ, ਫਿਰ ਪਟਨਾ ਸਾਹਿਬ ਵਿੱਚ ਖਾਲਸਾ ਜੀ 35 ਸਰੂਪ ਹੱਥ ਲਿਖਤ, ਜਿਨ੍ਹਾਂ ਵਿੱਚ ਰਾਗਮਾਲਾ ਹੈ ਸੀ। ਹਾਲਾਂਕਿ ਗਿਆਨੀਆਂ ਗੁਰਦਿੱਤ ਸਿੰਘ ਵਰਗੇ ਕਹਿੰਦੇ ਆਖੇ ਜੀ ਪਟਨਾ ਸਾਹਿਬ ਮੈਂ ਸਰੂਪ ਵੇਖੇ, ਉਹਨਾਂ ਵਿੱਚ ਰਾਗਮਾਲਾ ਹੈ ਨਹੀਂ ਸੀ। ਪਰ ਪਟਨਾ ਸਾਹਿਬ ਦੇ 50 ਸਰੂਪ ਹੱਥ ਲਿਖਤਾਂ 'ਚੋਂ ਗਿਆਨੀ ਹਰਭਜਨ ਸਿੰਘ ਜੀ ਕਹਿੰਦੇ 35 ਸਰੂਪ ਰਾਗਮਾਲਾ ਸਮੇਤ, ਕੁਝ 10-15 ਸਰੂਪ ਇਹੋ ਜਿਹੇ ਸੀ ਜਿਹਦੇ ਵਿੱਚ ਮੁੰਦਾਵਣੀ ਹੈ ਨਹੀਂ ਸੀ, ਪਰ ਰਾਗਮਾਲਾ ਹੈ ਸੀ। ਤੋ ਫਿਰ ਸਾਧ ਸੰਗਤ ਜੀ 13 ਸਰੂਪ ਅਕਾਲ ਤਖਤ ਸਾਹਿਬ 'ਤੇ ਹੱਥ ਲਿਖਤ ਹਨ, ਉਹਨਾਂ ਸਾਰਿਆਂ ਵਿੱਚ ਰਾਗਮਾਲਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀਆਂ ਵਾਲੀ ਬੀੜ ਜਿਹੜੀ ਹੈ, ਉਹ ਬਾਬਾ ਦੀਪ ਸਿੰਘ ਸਾਹਿਬ ਵਾਲੀਆਂ ਬੀੜ, ਜਿਨ੍ਹਾਂ ਨੂੰ ਖਾਲਸਾ ਜੀ 4 ਕਿਲੋ ਸੋਨਾ ਲੱਗਿਆ, ਦੂਜ ਵਾਲੇ ਦਿਨ ਪ੍ਰਕਾਸ਼ ਕਰਦੇ ਆ ਇੱਥੇ ਹਰਿਮੰਦਰ ਸਾਹਿਬ। ਉਸ ਬੀੜ ਦੇ ਵਿੱਚ ਖਾਲਸਾ ਜੀ ਰਾਗਮਾਲਾ ਹੈ। ਇਹ ਹਵਾਲੇ ਹੈ। ਫਿਰ ਸਾਧ ਸੰਗਤ ਜੀ ਭਾਈ ਬੰਨੋ ਵਾਲੀ ਬੀੜ, ਜਦੋਂ ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਭਾਈ ਗੁਰਦਾਸ ਜੀ ਤੋਂ ਲਿਖਵਾਈ, ਉਹ ਸੰਪੂਰਨ ਹੋ ਗਈ ਸੀ ਨਾ, ਜਿਹਦੀ ਆਪਾਂ ਕਥਾ ਸੁਣੀ ਹੈ। ਉਹ ਜਦੋਂ ਸੰਪੂਰਨ ਹੋ ਗਈ, ਉਹ ਪਾਵਨ ਸਰੂਪ ਲਿਖਿਆ ਗਿਆ ਅਤੇ ਉਹਦੀ ਜਿਲਦ ਬਣਾਉਣ ਵਾਸਤੇ ਭਾਈ ਬੰਨੋ ਜੀ ਨੂੰ ਮਹਾਰਾਜ ਨੇ ਇਹ ਸਰੂਪ ਦੇ ਕੇ ਤੇ ਲਾਹੌਰ ਭੇਜਿਆ ਸੀ। ਉਹ ਭਾਈ ਬੰਨੋ ਜੀ ਨੇ ਰਾਹ ਵਿੱਚ ਉਸ ਸਰੂਪ ਦਾ ਉਤਾਰਾ ਕਰ ਲਿਆ ਸੀ, ਇੱਕ ਹੋਰ ਸਰੂਪ ਲਿਖ ਲਿਆ ਸੀ। ਉਹਨੂੰ ਭਾਈ ਬੰਨੋ ਜੀ ਵਾਲੀ ਬੀੜ ਆਖਦੇ ਖਾਲਸਾ ਜੀ। ਚਾਹੇ ਉਹਦੇ 'ਚ ਬਾਣੀ ਥੋੜ੍ਹੀ ਵੱਧ ਘੱਟ ਲਿਖੀ ਸੀ, ਅਤੇ ਮਹਾਰਾਜ ਜਿਵੇਂ ਉਹ ਬਸੰਤ ਕੀ ਵਾਰ ਦੀਆਂ ਮੇਰੇ ਖਿਆਲ 7-8 ਪੌੜੀਆਂ ਲਿਖ ਦਿੱਤੀਆਂ ਸੀ, ਉਹਨੂੰ ਖਾਰੀ ਬੀੜ ਮਹਾਰਾਜ ਨੇ ਆਖਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਵੀ ਤੁਸੀਂ ਉਤਾਰਾ ਨਹੀਂ ਸੀ ਕਰਨਾ ਭਾਈ ਬੰਨੋ ਜੀ, ਚਲੋ ਜੋ ਹੋ ਗਿਆ। ਉਹ ਭਾਈ ਬੰਨੋ ਵਾਲੀ ਬੀੜ ਵਿੱਚ ਰਾਗਮਾਲਾ ਹੈ, ਅਤੇ ਭਾਈ ਬੰਨੋ ਵਾਲੀ ਬੀੜ ਵਿੱਚ ਜੇ ਰਾਗਮਾਲਾ ਹੈ ਅਤੇ ਉਤਾਰਾ ਖਾਲਸਾ ਜੀ ਕਰਤਾਰਪੁਰ ਸਾਹਿਬ ਵਾਲੀ ਬੀੜ ਦਾ, ਅਤੇ ਸਭ ਤੋਂ ਪਹਿਲਾ ਉਤਾਰਾ ਕਰਤਾਰਪੁਰ ਸਾਹਿਬ ਵਾਲੀ ਬੀੜ ਦਾ ਭਾਈ ਬੰਨੋ ਜੀ ਵਾਲੀ ਬੀੜ ਹੈ। ਤੋ ਸਾਧ ਸੰਗਤ ਜੀ ਇਹ ਜਦੋਂ ਫਿਰ ਉਹ ਸਾਰੀਆਂ ਮੋਹਰਾਂ ਲਵਾ ਲਿਆ ਇਹ ਗਿਆਨੀ ਹਰਭਜਨ ਸਿੰਘ ਜੀ, ਬਾਬਾ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਭੇਜਿਆ ਜਥਾ, ਫਿਰ ਇਹਨਾਂ ਨੇ ਉਹ ਅਖਬਾਰ ਵਿੱਚ ਦਿੱਤੀ, ਅਤੇ ਉਹ ਜਦੋਂ ਤਲਬ ਕੀਤਾ ਹੈ ਗਿਆਨੀ ਗੁਰਦਿੱਤ ਸਿੰਘ ਵਰਗੇ ਜਿਹੜੇ ਸੀ ਆ ਕੋਈ ਜਨਰਲ ਸਕੱਤਰ ਕੇਂਦਰੀ ਸਿੰਘ ਸਭਾ ਦੇ, ਫਿਰ ਗੱਲ ਨਾ ਆਵੇ ਖਾਲਸਾ ਜੀ ਗੋਲ ਮੋਲ ਗੱਲਾਂ ਕਰਨ, ਕਹਿੰਦੇ ਤੁਸੀਂ ਹਵਾਲੇ ਦਿੰਦੇ ਸੀ ਭਾਈ, ਆ ਦੱਸੋ ਹੁਣ। ਫਿਰ ਸਾਧ ਸੰਗਤ ਜੀ ਚਲੋ ਇਹ ਤਾਂ ਖਾਲਸਾ ਜੀ ਇਹ ਗੱਲਾਂ ਹੈ। ਜਦੋਂ ਅਸੀਂ ਜਥੇ ਵਿੱਚ ਪੜ੍ਹਦੇ ਰਹੇ ਹਾਂ, ਦਾਸ ਖੁਦ ਅਤੇ ਗਿਆਨੀ ਸੁਲੱਖਣ ਸਿੰਘ ਜੀ ਮਹਾਂਪੁਰਖ ਸਾਲ ਦੇ ਸਾਲ ਇੱਥੇ ਦੁਸਹਿਰੇ 'ਤੇ ਹਜ਼ੂਰ ਸਾਹਿਬ ਜਾਂਦੇ ਹੈ। ਮੈਂ ਖੁਦ ਖਾਲਸਾ ਜੀ
ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ MP ਵਿੱਚ ਇੱਕ ਬੜੀ ਸੰਗਤ ਗੁਰੂ ਘਰ ਹੈ। ਉਹ ਬੜੀ ਸੰਗਤ ਗੁਰੂ ਘਰ ਦੇ ਵਿੱਚ ਇੱਕ ਸਰੂਪ ਦੇ ਦਰਸ਼ਨ ਹੱਥ ਲਿਖਤ ਦੇ ਮੈਂ ਖੁਦ ਕੀਤੇ ਹੈ। ਉਹ ਕਿਸੇ ਸਿੰਘ ਨੇ ਖਾਲਸਾ ਜੀ ਸਰੂਪ ਲਿਖਿਆ ਸੀ, ਲਿਖਿਆ ਸਿੰਘ ਨੇ ਸੀ ਖਾਲਸਾ ਜੀ। ਉਹ ਸਰੂਪ ਕਿਸੇ ਤੋਂ ਉਤਾਰਾ ਕੀਤਾ, ਉਹਦੇ ਵਿੱਚ ਰਾਗਮਾਲਾ ਸੀ ਅਤੇ ਥੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ 'ਤੇ ਦਸਖਤ ਕੀਤੇ ਹੋਏ। ਇਹਦੇ ਦਰਸ਼ਨ ਮੈਂ ਖੁਦ ਬੜੀ ਸੰਗਤ ਬੁਰਹਾਨਪੁਰ ਕੀਤੇ ਹੋਏ ਆ ਜਦੋਂ ਅਸੀਂ ਵਿਦਿਆਰਥੀ ਸੀ ਮਹਾਂਪੁਰਖਾਂ ਦੇ ਨਾਲ। ਇਸ ਗੱਲ ਦਾ ਦਾਸ ਖੁਦ ਗਵਾਹ। ਉਹਦੇ ਵਿੱਚ ਰਾਗਮਾਲਾ ਹੈ। ਰਾਗਮਾਲਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਸਖਤ ਕੀਤੇ ਹੋਏ ਆ ਅਤੇ ਨਾਲ ਮੋਹਰ ਲੱਗੀ ਹੋਈ ਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ। ਇਹ ਮੈਂ ਖੁਦ ਦਰਸ਼ਨ ਕੀਤੇ ਹੋਏ। ਤੋ ਇਸ ਤਰ੍ਹਾਂ ਖਾਲਸਾ ਜੀ ਇਹ ਸਮੇਂ-ਸਮੇਂ, ਹਾਲਾਂਕਿ ਸੰਗਤ ਵਿੱਚ ਗੱਲ ਕਰਨ ਵਾਲੀ ਨਹੀਂ ਹੁੰਦੀ, ਪਰ ਉਹ ਕਥਾ ਰਿਕਾਰਡ ਹੁੰਦੀ ਕਰਕੇ ਚਲੋ ਕੱਲ੍ਹ ਨੂੰ ਪੜ੍ਹਨ ਵਾਲੇ ਸੁਣਨ ਵਾਲੇ ਸਿੰਘਾਂ ਨੂੰ ਥੋੜ੍ਹੇ ਨਿਰਣੇ ਕਰਨੇ ਸੌਖੇ ਹੋ ਜਾਣਗੇ। ਇਹ ਫਿਰ ਇਸ ਤਰ੍ਹਾਂ ਉਹ ਹੁਣ ਵੀ ਸਮੇਂ-ਸਮੇਂ, ਕਿਉਂਕਿ ਕੁਝ ਸਮੇਂ ਬਾਅਦ ਵਿਵਾਦ ਉਠਾਏ ਜਾਂਦੇ ਹੈ ਜਦੋਂ ਪੰਥ ਨੂੰ ਕੋਈ ਪ੍ਰਾਪਤੀ ਹੋਣ ਲੱਗਦੀ ਹੈ, ਅਤੇ 5-7 ਲੋਕ ਹੀ ਇਹੋ ਜਿਹੇ ਹੁੰਦੇ ਹੈ ਜਿਹੜੇ ਕਦੇ ਕਿਸੇ ਤਰ੍ਹਾਂ ਖਾਲਸਾ ਜੀ ਕਿੰਤੂ ਕੋਈ ਦਸਮ ਬਾਣੀ 'ਤੇ ਕਿੰਤੂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਨਹੀਂ ਜਿਨ੍ਹਾਂ ਦੀ ਹੋਈ, ਉਹ ਧੰਨ ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਜਿਹੜਾ ਹੈ ਉਹ ਉਹਦੇ 'ਤੇ ਕਿੰਤੂ ਕਰਦੇ ਹੈ। ਤੋ ਇੱਥੇ ਖਾਲਸਾ ਜੀ ਕਵੀ ਜੀਆਂ ਨੇ ਕਵੀ ਸੰਤੋਖ ਸਿੰਘ ਦੀ ਇਸ ਲਿਖਤ ਦਾ ਹਵਾਲਾ ਦਿੰਦੇ, ਫਿਰ ਕਹਿੰਦੇ ਜੀ ਸੰਤੋਖ ਸਿੰਘ ਜੀ ਲਿਖਦੇ ਹੈ ਵੀ ਇਹ ਰਾਗਮਾਲਾ ਬਾਣੀ ਨਹੀਂ ਮਹਾਰਾਜ ਦੀ, ਪਰ ਕਵੀ ਜੀਆਂ ਥੱਲੇ ਵੀ ਕਹਿ ਦਿੱਤਾ ਹੈ ਇਹ ਸੁੱਧ ਨਹੀਂ ਲਿਖੀ ਇਹ ਗੁਰ ਨੇ, ਕਿਦੋਂ ਸਿੱਖ ਕਾਹੂ ਲਿਖ ਦੀਨ, ਵੀ ਕਿਸੇ ਸਿੱਖ ਨੇ ਲਿਖੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਲਿਖੀ ਹੈ। ਕਵੀ ਜੀ ਕਹਿੰਦੇ ਭਾਈ ਅਸੀਂ ਇਸ ਗੱਲ ਵਿੱਚ ਨਹੀਂ ਹਾਂ। ਤੋ ਇਸ ਤਰ੍ਹਾਂ ਖਾਲਸਾ ਜੀ ਨੂੰ ਵਿਦਵਾਨ ਕਹਿੰਦੇ ਆ ਕਿ ਕਵੀ ਸੰਤੋਖ ਸਿੰਘ ਦਾ ਜਿਹੜਾ ਇਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਇਹਦੀ ਜਿਲਤ ਬੰਨਣ ਤੋਂ ਪਹਿਲਾਂ ਸੱਚਖੰਡ ਬਰਾਜ ਗਏ ਸੀ, ਚੜ੍ਹਾਈ ਕਰ ਗਏ ਸੀ। ਤੋ ਮਗਰੋਂ ਇਹ ਪੰਕਤੀਆਂ ਪਾਈਆਂ ਗਈਆਂ ਨੇ ਫੁੱਟ ਪਾਉਣ ਵਾਸਤੇ। ਜੇ ਸਮੇਂ 'ਤੇ ਵੀ ਹੋਣ ਤੇ ਕਵੀ ਜੀਆਂ ਠੋਕ ਕੇ ਹਾਮੀ ਨਹੀਂ ਭਰੀ, ਕਹਿੰਦੇ ਸਾਨੂੰ ਸੁੱਧ ਨਹੀਂ ਪਾਈ, ਇਹ ਗੁਰੂ ਜੀ ਨੇ ਲਿਖੀ ਹੈ, ਕਦੋਂ ਸਿੱਖ ਲਿਖ ਦੀਨ, ਕਿਸੇ ਸਿੱਖ ਨੇ ਲਿਖੀ ਹੈ। ਤੋ ਰਹੋ ਵਿਚਾਰ ਖਾਲਸਾ ਜੀ, ਇਹ ਰਾਗਮਾਲਾ ਦੀ ਬਾਬਤ ਜਿਹੜਾ ਨਿਰਣਾ ਹੈ ਆਪਣੇ ਹਿਰਦੇ ਵਸਾਓ। ਅੱਗੇ ਕਵੀ ਸੰਤੋਖ ਸਿੰਘ ਸਾਹਿਬ ਜੀ ਜਿਵੇਂ ਦੱਸਦੇ ਹਨ, ਰਾਗ ਨਾਮ ਸਭ ਜਾਣੈ ਰਾਗੀ। ਉਹ ਰਾਗ ਜਿਹੜੇ ਆ ਰਾਗਾਂ ਦਾ ਨਾਮ ਸਾਰੇ ਰਾਗੀ ਸਿੱਖ ਕਵੀ ਜੀ ਕਹਿੰਦੇ ਜਾਣਦੇ ਹਨ। ਇਹ ਕਾਰਨ ਲਿਖ ਦਈ ਪ੍ਰਵੀਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਇਸ ਕਰਕੇ ਰਾਗਮਾਲਾ ਲਿਖ ਦਿੱਤੀ ਹੈ ਵੀ ਰਾਗੀ ਇਸ ਤਰ੍ਹਾਂ ਗਾ ਲਿਆ ਕਰਨਗੇ। ਸ਼੍ਰੀ ਗੁਰ ਗੀਰਾ ਨਾਮ ਹਰ ਕੇ ਬਿਨ। ਤੇ ਕਵੀ ਜੀ ਫਿਰ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਬਾਣੀ ਜਿਹੜੀ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ। ਸਾਰੀ ਗੁਰਬਾਣੀ ਵਿੱਚ ਥਾਂ ਥਾਂ ਤੇ ਨਾਮ ਜਪੋ ਦਾ ਨਾਰਾ ਹੈ। ਸੰਤਨ ਮਹਿਮਾ ਬਿਨ ਨਹਿ ਕੀਨ। ਗੁਰਬਾਣੀ ਵਿੱਚ ਮਹਾਰਾਜ ਨੇ ਸੰਸਾਰੀ ਗੱਲਾਂ ਨਹੀਂ ਕੀਤੀਆਂ, ਸੰਤਾਂ ਦੀ ਮਹਿਮਾ ਕੀਤੀ ਹੈ। ਸਾਧੂਆਂ ਸੰਤਾਂ ਦੀ ਮਹਿਮਾ, ਨਾਮ ਦੀ ਮਹਿਮਾ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਭਰਿਓ ਮਹਿਦ ਫਲ ਪਾਠ ਬੇ ਸੁਨ ਬੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਨ ਦਾ ਸੁਣਨ ਦਾ ਕਹਿੰਦੇ ਭਾਰੀ ਫਲ ਪ੍ਰਾਪਤ ਹੁੰਦਾ ਹੈ। ਲਿਖਿਓ ਗੁਨੇ ਬੋ ਚਾਹੈ ਸੋ ਲੀਨ। ਹਾਂ, ਜਿਹੜੇ ਗੁਣ ਹੈ ਉਹਦੇ ਵਿੱਚ ਲਿਖੇ ਹੋਏ ਹੈ। ਸੱਚੇ ਪਾਤਸ਼ਾਹ ਜਿਹਦੀ ਬਾਣੀ ਪੜ੍ਹੋ, ਕਵੀ ਜੀ ਕਹਿੰਦੇ ਸਭ ਕੁਝ ਜਾਣ ਲਵੋਗੇ। ਧੰਨ ਜਨਮ ਜੈਨ ਲਿਖਿਓ ਪਾਓ ਤਾਰ। ਧੰਨ ਜਨਮ ਹੈ ਭਾਈ ਗੁਰਦਾਸ ਜੀ ਦਾ, ਜਿਨ੍ਹਾਂ ਨੇ ਪ੍ਰੇਮ ਧਾਰ ਕੇ ਸਤਿਗੁਰਾਂ ਦਾ ਸਰੂਪ ਲਿਖਣਾ ਕੀਤਾ ਹੈ। ਸਫਲ ਹੱਥ ਆਪਣੇ ਕਰ ਤਾਹੇ। ਤੇ ਆਪਣੇ ਹੱਥ ਸਫਲੇ ਕਰ ਲਏ ਹਨ, ਜਾਂ ਜਿਨ੍ਹਾਂ ਗੁਰਮੁਖਾਂ ਨੇ ਕੋਈ ਹੱਥ ਲਿਖਤ ਸਰੂਪ ਲਿਖੇ ਹੈ। ਮਹਾਰਾਜ ਦੀ ਬਾਣੀ ਜਿਹੜੇ ਹੱਥ ਲਿਖਦੇ ਹੈ, ਹਰ ਜਸ ਲਿਖਿਆ ਬੇਅੰਤ ਸੋਹ ਹੈ ਸੇ ਹੱਥਾ, ਉਹ ਹੱਥ ਬੜੇ ਸੋਭਾ ਵਾਲੇ ਹਨ। ਪਠ ਹੈ ਪ੍ਰੇਮ ਤੇ ਹਰਖੈ ਔਰ ਮਹਿ। ਜਿਹੜਾ ਸਿੱਖ ਪੜ੍ਹੇਗਾ ਭਾਈ ਗੁਰਬਾਣੀ ਪ੍ਰੇਮ ਨਾਲ ਹਿਰਦੇ ਵਿੱਚ ਬੜਾ ਖੁਸ਼ ਹੋਵੇਗਾ, ਖੁਸ਼ੀਆਂ ਪ੍ਰਾਪਤ ਹੋਣਗੀਆਂ। ਪੁਲਕੈ ਹੈ ਝਲਕੈ ਹੈ ਜਲ ਦ੍ਰਿਗ ਮਾਹੇ। ਪੁਲਕਾਵਲੀ ਆਵੇਗੀ ਹਿਰਦੇ ਨੂੰ ਆਨੰਦ ਦੇ ਨਾਲ, ਵਿਰਾਗ ਦੇ ਨਾਲ। ਪਰਮੇਸ਼ਰ ਦੇ ਵਿਛੋੜੇ ਕਾਰਨ
ਨੇਤਰਾਂ ਵਿੱਚ ਜਲ ਆ ਜਾਵੇਗਾ ਬਾਣੀ ਪੜ੍ਹਦਿਆਂ ਹੋਇਆਂ। ਹਰਖੈ ਹੈ ਜਨ ਅੰਮ੍ਰਿਤ ਕੂਬਰ ਖੈ ਬਾਣੀ ਪੜ੍ਹੇ ਕੋ ਚਿੱਤ ਲਾ ਕੇ ਮਹਾਰਾਜ ਦੀ ਕਵੀ ਜੀ ਕਹਿੰਦੇ ਇਸ ਤਰ੍ਹਾਂ ਖੁਸ਼ੀ ਮਿਲੂ ਮਾਨੋ ਹਿਰਦੇ ਵਿੱਚ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ। ਤਰ ਕੈ ਹੈ ਵਿਸ਼ੇ ਗੁਣਨ ਅਵਗਾਹੇ ਤੇ ਵਿਸ਼ਿਆਂ ਨੂੰ ਸਿੱਖ ਛੱਡ ਦੇਣਗੇ ਬਾਣੀ ਪੜ੍ਹ ਕੇ, ਗੁਣਾਂ ਨੂੰ ਗ੍ਰਹਿਣ ਕਰ ਲੈਣਗੇ, ਗੁਣਾਂ ਨੂੰ ਵਿਚਾਰਦੇ ਰਹਿਣਗੇ। ਇਸ ਕਰਕੇ ਮਹਾਰਾਜ ਨੇ ਬਾਣੀ ਲਿਖੀ ਵਿਚਾਰੀ ਉਚਾਰੀ ਹੈ। ਸੇ ਨਾਰ ਪਰੇ ਪਾਰ ਨਹਿ ਜਨਮੈ ਹੈ ਜਿਹੜਾ ਨੇ ਬਾਣੀ ਪੜ੍ਹੀ ਉਹ ਪਾਰ ਹੋ ਗਏ ਸੰਸਾਰ ਤੋਂ, ਫੇਰ ਨਹੀਂ ਸੰਸਾਰ ਤੇ ਜੰਮੇ, ਜੰਮਣ ਮਰਨ ਕੱਟਿਆ ਗਿਆ ਹੈ। ਸੁਣ ਹੈ ਏਕ ਮਨ ਥਿਰਤਾ ਪਾਹੇ ਇੱਕ ਮਨ ਕਰਕੇ ਜਿਹੜਾ ਸੁਣੇਗਾ ਭਾਈ ਉਹ ਥਿਰਤਾ ਪ੍ਰਾਪਤ ਕਰੇਗਾ। ਜਿਨ੍ਹਾਂ ਸੁਣੀ ਪੜ੍ਹੀ ਬਾਣੀ ਇੱਕ ਮਨ ਇਕਾਗਰ ਚਿੱਤ ਹੋ ਕਰਕੇ ਉਹਨਾਂ ਨੇ ਥਿਰਤਾ ਪ੍ਰਾਪਤ ਕੀਤੀ, ਭਾਵ ਉਹਨਾਂ ਨੂੰ ਹਿਰਦੇ ਵਿੱਚ ਸ਼ਾਂਤੀ ਸਹਿਜ ਪ੍ਰਾਪਤ ਹੋਇਆ ਹੈ। ਇਹ ਮਹਾਰਾਜ ਦੀ ਪਾਵਨ ਪਵਿੱਤਰ ਸਿੱਖਿਆ ਖਾਲਸਾ ਜੀ ਹਿਰਦੇ ਵਸੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਪਠ ਹੈ ਪ੍ਰੇਮ ਤੇ ਹਰਖੈ ਔਰ ਮੈਂ ਹੈ ਪੁਲਕੈ ਹੈ ਝਲਕੈ ਹੈ ਜਲ ਦ੍ਰਿਗ ਮਾਹੇ ਹਰਖੈ ਹੈ ਜਾਨ ਅੰਮ੍ਰਿਤ ਕੋ ਬਰਖੈ ਹੈ ਤਰਕੈ ਹੈ ਵਿਸ਼ ਹੈ ਗੁਣਨ ਅਵਗਾਹੇ ਸੇ ਨਾਰ ਪਰੇ ਪਾਰ ਨਹਿ ਜਨਮੈ ਹੈ ਸੁਨ ਹੈ ਏਕ ਮਨ ਥਿਰਤਾ ਪਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।